बोले सोने हाल सासवी अकाल। नाम वाहिगुरु साहिब जी। सतगुर की जिसनु मत आवे, सो सतगुर माहे समाना। एह बाणी जो जियों जानै, तिस अंतर रवै हर नामा। ज्यों पुरखै घर भगति नार है, अत लोचै भगति भाए। बहु रस सालणे सवार दी, खट रस मीठे पाए। त्यों बाणी भगत सलाहंदे, हर नामा चित लाए। परम सन्मानयोग जुगो जुग अटल सरवरे कायनात, भगत वशल पतत पावन रब्बी ज्ञान दे सागर। दसां पातशाहियां दी जोत साहिब सतगुरु श्री गुरु ग्रंथ ਸਾਹਿਬ पातशाह जी दे मुबारक चरनां विच सतगुरु जी दी हजूरी विच तख्त श्री दमदमा साहिब दे पावन अस्थान ते जुड़ बैठी गुरु प्यारी गुरु सवारी साध संगत जीओ। सब वडभागी हाँ जिन्हां नूं मनुखा जीवन दे ए पल सफले बनाउण दा सुभाग समां प्राप्त होया है। दास तो पहलां सचखंड श्री हरमंदर साहिब तो पहुंचे हुए हजूरी रागी जत्थे पासों आप जी ने धुर की बाणी दे रस भिन्ने अमृतमयी कीर्तन सरवण कीते हन। सरबत संगतां नूं साहिब सतगुरु श्री गुरु ग्रंथ ਸਾਹਿਬ पातशाह जी दे संपूर्णता दिवस दीआं बहुत बहुत ਵਧਾਈਆਂ। दिओ असीसां मन बिरतियां नूं इकागर करन वास्ते दास जी ते अपनी हाजरी गुरु चरनां विच लवाओ। गुरु फतेह सारे प्रवान करो प्यार सहित आखो जी वाहिगुरु जी का खालसा वाहिगुरु जी की फतेह। जिवें हर वस्तु दे दो रूप हुंदे ने, एक बाहरी ते दूसरा अंदरूनी। इसे तरह शब्द गुरु धन गुरु ग्रंथ ਸਾਹਿਬ महाराज जी की पवित्र बाणी एक तां उसकी अंदरूनी तरतीब है, दूसरा गुरु की बाणी का बाहरी इतिहास है। अंदरूनी तौर ते असीं वेखदे हां सतगुरु ਸਾਹਿਬਾਨ ਦੇ ਨਾਲ प्रभु भगत भट्ट ਸਾਹਿਬਾਨ ਅਤੇ ਗੁਰਸਿੱਖਾਂ ਦੀ ਬਾਣੀ ਨੂੰ ਸਤਿਕਾਰਯੋਗ ਦਰਜਾ ਪ੍ਰਾਪਤ ਹੈ। ਬਾਹਰੀ ਤੌਰ ਤੇ ਸ਼ਬਦ ਗੁਰੂ ਦੇ 3 ਪੜਾਅ ਨੇ। ਪਹਿਲਾ 1604 ਦੇ ਵਿੱਚ ਪੋਥੀ ਪਰਮੇਸ਼ਰ ਕਾ ਥਾਨ ਪਹਿਲਾ ਪ੍ਰਕਾਸ਼, ਦੂਸਰਾ ਜਿਹੜਾ ਅੱਜ ਅਸੀਂ ਇਸ ਪਾਵਨ ਸਥਾਨ ਤੇ ਬੜੀ ਸ਼ਰਧਾ ਭਾਵਨਾ ਸਹਿਤ ਮਨਾ ਰਹੇ ਹਾਂ ਸੰਪੂਰਨਤਾ ਦਿਵਸ, जो 1706 ਦੇ ਵਿੱਚ ਹੈ, ਕਿਉਂਕਿ 102 ਸਾਲ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਪਾਵਨ ਮੁਕਾਮ ਤੇ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਕਰਵਾਈ ਸੀ। ਔਰ ਤੀਸਰਾ ਪੜਾਅ ਹੈ 1708 ਦੇ ਵਿੱਚ, ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਬਖਸ਼ਿਸ਼ ਕਰਕੇ ਸਾਹਿਬ ਜੀ ਨੇ ਹੁਕਮ ਕੀਤਾ ਸੀ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਜੋਤ ਭਾਵੇਂ ਦਸਾਂ ਜਾਮਿਆਂ ਦੇ ਵਿੱਚ ਸਰੀਰਕ ਰੂਪ ਵਿੱਚ ਵਰਤੀ ਹੈ, ਚਾਹੇ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਸਮੁੱਚੇ ਸੰਸਾਰ ਦੀ ਬਹੁਤ ਹੀ ਵਿਵੇਕਪੂਰਵਕ ਢੰਗ ਦੇ ਨਾਲ ਅਗਵਾਈ ਕਰ ਰਹੀ ਹੈ। ਸਤਿਗੁਰੂ ਜੀ ਨੇ ਹਰ ਸਮੇਂ ਸ਼ਬਦ ਦੇ ਨਾਲ, ਗੁਰਬਾਣੀ ਦੇ ਨਾਲ ਜੋੜਨ ਵਾਸਤੇ ਆਪਣੀ ਸਰੀਰਕ ਹਯਾਤੀ ਵਿੱਚ ਵੀ, ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1708 ਦੇ ਵਿੱਚ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਉਸ ਵੇਲੇ ਵੀ ਇਹ ਮਹਾਨਤਾ ਦ੍ਰਿੜ ਕਰਵਾ ਕੇ ਕਿ ਸਰੀਰ ਰੂਪ ਦੇ ਵਿੱਚ ਇੱਕੋ ਸਮੇਂ ਹਰ ਥਾਂ ਤੇ ਨਾ ਤਾਂ ਅਸੀਂ ਗੁਰੂ ਦੇ ਦਰਸ਼ਨ ਕਰ ਸਕਦੇ ਹਾਂ, ਨਾ ਸਦੀਵ ਕਾਲ ਲਈ ਸਰੀਰਕ ਤੌਰ ਤੇ ਜਗਤ ਵਿੱਚ ਰਿਹਾ ਜਾ ਸਕਦਾ ਹੈ। ਸਰਬ ਵਿਆਪਕ ਗੁਰੂ ਗਿਆਨ ਰੂਪ ਵਿੱਚ, ਸ਼ਬਦ ਰੂਪ ਵਿੱਚ ਹੋ ਸਕਦਾ ਹੈ। ਸਿੱਧਾਂ ਦੇ ਪ੍ਰਸ਼ਨ ਉੱਤਰਾਂ ਵਿੱਚ ਵੀ ਅਸੀਂ ਜਦੋਂ ਬਾਣੀ ਸਿੱਧ ਗੋਸ਼ਟ ਦੇ ਰੂਪ ਵਿੱਚ ਪੜ੍ਹਦੇ ਹਾਂ, ਉੱਥੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਸਪਸ਼ਟ ਕੀਤਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਜੇ ਉਹਨਾਂ ਵੱਲੋਂ ਪੁੱਛਿਆ ਗਿਆ ਕਿ ਰੂਹਾਨੀ ਸ਼ਕਤੀ ਦਾ ਮੂਲ ਕੀ ਹੈ, ਤੇ ਸਤਿਗੁਰਾਂ ਨੇ ਉੱਥੇ ਵੀ ਗੁਰੂ ਸੰਗਤ ਅਤੇ ਗੁਰਬਾਣੀ ਦਾ ਸੁਮੇਲ ਦੱਸਿਆ, ਜਿਹੜੇ ਬਚਨ ਭਾਈ ਗੁਰਦਾਸ ਜੀ ਨੇ ਅੰਕਿਤ ਕੀਤੇ ਨੇ। ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜ ਕੇ ਜਦੋਂ ਵੀ ਬਾਣੀ ਉਚਾਰਨ ਕਰਦੇ, ਜਿੱਥੇ ਇਹ ਕਿਹਾ ਕਰਦੇ ਸਨ, ਛੇੜ ਮਰਦਾਨਿਆਂ ਰਬਾਬ ਬਾਣੀ ਆਈ ਹੈ, ਕਾਈ ਸਿਫਤ ਖੁਦਾ ਦੀ ਕਰ ਲਈਏ, ਉੱਥੇ ਨਾਲ ਹੀ ਇਹ ਵੀ ਸਪਸ਼ਟ ਕਰਦੇ ਕਿ ਇਹ ਉਪਦੇਸ਼ ਸਾਡਾ ਆਪਣਾ ਨਹੀਂ ਹੈ, ਪਰਮੇਸ਼ਰ ਦੇ ਦੁਆਰੇ ਜੋ ਵਰਤ ਰਿਹਾ ਹੈ, ਜੋ ਪਰਮੇਸ਼ਰ ਦੇ ਦੁਆਰੇ ਤੋਂ ਇਲਹਾਮ ਸਾਨੂੰ ਪ੍ਰਾਪਤ ਹੋ ਰਿਹਾ ਹੈ, ਅਸੀਂ ਜਰੀਆ ਬਣ ਕੇ ਉਸ ਉਪਦੇਸ਼ ਨੂੰ, ਉਸ ਗਿਆਨ ਨੂੰ ਅੱਗੇ ਸੰਸਾਰ ਦੇ ਵਿੱਚ ਵੰਡ ਰਹੇ ਹਾਂ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜਿਉ। ਪਰਮੇਸ਼ਰ ਕੈ ਦੁਆਰੇ ਜੇ ਹੋਏ ਬਤੀਤੈ, ਸੋ ਨਾਨਕ ਆਖ ਸੁਣਾਵੇ। ਔਰ ਨਾਲ ਇਹ ਵੀ ਨਿਰਣਾ ਦਿੱਤਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਸਤਿਗੁਰੂ ਜੀ ਚਾਰ ਉਦਾਸੀਆਂ ਦੇ ਸਮੇਂ ਜਗਤ ਸੁਧਾਰ ਹਿਤ ਲੁਕਾਈ ਨੂੰ ਸੋਧਣ ਵਾਸਤੇ ਜਿੱਥੇ ਕਿਤੇ ਵੀ ਗਏ, ਗੁਰਬਾਣੀ ਦੇ ਉਪਦੇਸ਼ ਦੁਆਰਾ, ਸ਼ਬਦ ਦੇ ਦੁਆਰਾ ਸਤਿਗੁਰੂ ਜੀ ਨੇ ਗਿਆਨ ਬਖਸ਼ਿਸ਼ ਕਰਕੇ ਜਿੱਥੇ ਸੋਝੀ ਉਹਨਾਂ ਦੀ ਝੋਲੀ ਵਿੱਚ ਪਾਈ, ਉੱਥੇ ਔਜੜੇ ਤੇ ਕੁਰਾਏ ਪਏ ਜੀਵਾਂ ਨੂੰ ਸੱਚ ਦਾ ਮਾਰਗ ਗੁਰੂ ਦੇ ਸ਼ਬਦ ਦੁਆਰਾ ਹੀ ਦ੍ਰਿੜ ਕਰਵਾਇਆ। ਇਹੀ ਕਾਰਨ ਕਿ ਸਤਿਗੁਰੂ ਜੀ ਨੇ ਸ਼ਬਦ ਵਿਚਾਰ ਨੂੰ ਹੀ ਉੱਤਮ ਤੀਰਥ ਮੰਨਿਆ, ਸ਼ਬਦ ਵਿਚਾਰ ਨੂੰ ਹੀ ਮੁਕਤੀ ਦਾ ਮੂਲ ਸਰੋਤ ਮੰਨਿਆ ਗਿਆ। ਉਹਨਾਂ ਦੇ ਬਚਨ ਅਸੀਂ ਪੜ੍ਹਦੇ ਹਾਂ, ਤੀਰਥ ਨਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਦੋਂ ਸ਼ਬਦ ਦੀ ਵਿਚਾਰ ਵਿੱਚੋਂ ਗੁਰੂ ਦਾ ਨਿਰਮਲ ਗਿਆਨ ਰੂਪੀ ਜਲ ਮਿਲਦਾ ਹੈ, ਉਹ ਗੁਰਮਤਿ ਜਲ ਐਸਾ ਹੈ ਜਿਹੜਾ ਸਾਡੇ ਅੰਤਸ਼ਕਰਨ ਨੂੰ, ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਨੂੰ ਧੋ ਦਿੰਦਾ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਿਉਂਕਿ ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜੀ ਦੇ ਅਸਥਾਨ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ ਸੀ, ਪੋਥੀ ਪਰਮੇਸ਼ਰ ਕਾ ਥਾਨ ਦੇ ਰੂਪ ਵਿੱਚ। ਔਰ ਜਦੋਂ ਅਸੀਂ
ਧੰਨ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਉਹਨਾਂ ਦੀ ਸ਼ਖਸੀਅਤ ਵੱਲ ਵੇਖਦੇ ਹਾਂ ਤੇ ਗੁਰੂ ਕੀ ਬਾਣੀ ਦੇ ਇਹ ਬਚਨ, ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਹਰ ਜਸ ਲਿਖੈ ਬੇਅੰਤ ਸੋਹੈ ਸੇ ਹੱਥਾ। ਉਹ ਹੱਥ ਸ਼ੋਭਨੀਕ ਨੇ, ਮੁਬਾਰਕ ਨੇ, ਜਿਨ੍ਹਾਂ ਹੱਥਾਂ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਜਿਹੜੀ ਹੈ ਉਹ ਲਿਖੀ ਜਾਂਦੀ ਹੈ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਤ ਦਾ ਜਿਹੜਾ ਸੁਧਾਰ ਸੀ, ਲੁਕਾਈ ਨੂੰ ਜਦੋਂ ਸੋਧਣ ਵਾਸਤੇ ਤੁਰੇ ਤੇ ਗਰੀਬ ਨਵਾਜ਼ ਜੀ ਨੇ ਸ਼ਬਦ ਦੇ ਦੁਆਰਾ ਹੀ ਸੜਦੇ ਬਲਦੇ ਸੰਸਾਰ ਦੇ ਅੰਦਰ ਠੰਡ ਵਰਤਾਈ। ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਰਾਲਾ। ਸਿੱਧ ਤੰਤਰ ਮੰਤਰ ਕਰ ਝੜ ਪਏ, ਸ਼ਬਦ ਗੁਰੂ ਕੀ ਕਲਾ ਛਪਾਈ। ਭਾਵ ਗੁਰੂ ਸ਼ਬਦ ਦੀ ਵਡਿਆਈ ਦੇ ਅੱਗੇ ਕੋਈ ਤੰਤਰ ਮੰਤਰ, ਕੋਈ ਹੋਰ ਸਾਧਨਾ ਜਿਹੜੀ ਸੀ ਉਹ ਪਹੁੰਚ ਨਾ ਸਕੀ। ਸਾਰੇ ਥੱਕ ਹਾਰ ਕੇ ਫਿਰ ਇੱਕ ਸੁਰ ਵਿੱਚ ਹੋ ਕੇ ਆਖਦੇ ਸਨ, ਸਿੱਧ ਬੋਲਨ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਕਿਉਂਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਸੇ ਤੰਤਰ ਮੰਤਰ ਦੇ ਰਸਤੇ ਨਹੀਂ, ਸਦੋਂ ਗੁਰੂ ਸ਼ਬਦ ਦੇ ਨਾਲ ਮਨੁੱਖਤਾ ਨੂੰ ਜੋੜਿਆ, ਸਮਝਾ ਦਿੱਤਾ ਕਿ ਤੂੰ ਸਿਆਣਾ ਪੰਡਤ ਵਿਦਵਾਨ ਬਣ ਸਕਦਾ ਹੈ, ਪਰ ਜੇ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਸਮਝ ਲਵੇਂ, ਸੋ ਪੜਿਆ ਸੋ ਪੰਡਤ ਬੀਨਾ, ਗੁਰ ਸ਼ਬਦ ਕਰੇ ਵਿਚਾਰ। ਜੋਗੀਆਂ ਨੂੰ ਵੀ ਕਿਹਾ ਕੀ ਘਰ ਛੱਡ ਕੇ ਭਟਕਦੇ ਫਿਰਦੇ ਹੋ, ਜੇ ਮੁਕਤੀ ਚਾਹੀਦੀ ਹੈ, ਮੁਕਤੀ ਤਾਂ ਸ਼ਬਦ ਨਾਲ ਜੁੜ ਕੇ ਹੋਣੀ ਹੈ। ਸਿੱਧ ਗੋਸ਼ਟ ਬਾਣੀ ਦਾ ਜਿਹੜਾ ਰਹਾਉ ਵਾਲਾ ਬੰਦ ਹੈ, ਉਹਦੇ ਵਿੱਚ ਜ਼ਿਕਰ ਹੈ, ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਹੋਏ। ਕਿਉਂ ਭਟਕਦੇ ਹੋ? ਜਦੋਂ ਤੱਕ ਸ਼ਬਦ ਨਾਲ ਨਹੀਂ ਜੁੜਦੇ ਉਦੋਂ ਤੱਕ ਬੰਦ ਖਲਾਸੀ ਨਹੀਂ, ਉਦੋਂ ਤੱਕ ਬੰਧਨ ਰਹਿਤ ਜੀਵਨ ਮੁਕਤ ਅਵਸਥਾ ਦੀ ਪ੍ਰਾਪਤੀ ਨਹੀਂ। ਕਿਉਂਕਿ ਕਰਮ ਧਰਮ ਕਰ ਮੁਕਤ ਮਗਾਹੀ, ਮੁਕਤ ਪਦਾਰਥ ਸ਼ਬਦ ਸਲਾਹੀ। ਬਿਨ ਗੁਰ ਸ਼ਬਦੈ ਮੁਕਤ ਨਾ ਹੋਈ, ਪਰ ਪੰਚ ਕਰ ਪਰਮਾਈ ਹੈ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਕਿ ਸ਼ਬਦ ਦੀ ਵਿਚਾਰ ਦੁਆਰਾ ਜਿਹੜਾ ਗੁਰਮਤਿ ਦਾ ਜਲ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਨ, ਉਹਦੇ ਨਾਲ ਅੰਦਰ ਦੀ ਮੈਲ ਧੋਤੀ ਜਾਂਦੀ ਸੀ। ਗੁਰ ਸਿੱਖੀ ਦਾ ਨਹਾਵਣਾ, ਗੁਰਮਤਿ ਲੈ ਦੁਰਮਤਿ ਮਲ ਧੋਵੇ। ਜਿਵੇਂ ਸਰੀਰ ਦੀ ਮੈਲ ਲਾਉਣੀ ਹੋਵੇ ਤੇ ਅਸੀਂ ਪਾਣੀ ਨਾਲ ਇਸ਼ਨਾਨ ਕਰਦੇ ਹਾਂ, ਕੱਪੜਿਆਂ ਦੀ ਮੈਲ ਧੋਣੀ ਹੋਵੇ ਤੇ ਸਾਬਣ ਸਰਫ ਵਰਤੀਦਾ। ਪਰ ਜਦੋਂ ਮਨ ਮੈਲਾ ਹੋ ਗਿਆ ਹੋਵੇ, ਜਦੋਂ ਅੰਤਸ਼ਕਰਨ ਨੂੰ ਮੈਲ ਲੱਗ ਗਈ ਹੋਵੇ, ਉਹ ਜਲ ਕੇਵਲ ਗੁਰੂ ਸ਼ਬਦ ਦੀ ਵਿਚਾਰ ਵਿੱਚੋਂ ਸਾਨੂੰ ਮਿਲ ਸਕਦਾ ਹੈ। 68 ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਹਾਤੈ ਮਲ ਜਾਈ। ਗਰੀਬ ਨਵਾਜ਼ ਜੀ ਨੇ ਇੱਕੋ ਜਗ੍ਹਾ ਤੇ 68 ਤੀਰਥਾਂ ਦੀ ਮਹਾਨਤਾ ਦ੍ਰਿੜ ਕਰਵਾ ਦਿੱਤੀ ਕਿ ਜਦੋਂ ਤੁਸੀਂ ਸ਼ਬਦ ਨਾਲ ਜੁੜੋਗੇ ਤੇ ਸੱਚਮੁੱਚ ਤੁਹਾਨੂੰ ਕਿਰਾਇਆ ਖਰਚ ਕੇ ਜਾਂ ਗਿਣਤੀ ਵਾਲੇ 68 ਤੀਰਥਾਂ ਤੇ ਜਾਣ ਦੀ ਲੋੜ ਨਹੀਂ ਪਵੇਗੀ। ਜਦੋਂ ਸ਼ਬਦ ਨਾਲ ਜੁੜ ਜਾਓਗੇ, ਸ਼ਬਦ ਦਾ ਗਿਆਨ ਰੂਪੀ ਜਲ ਤੁਹਾਡੇ ਅੰਦਰੋਂ ਜਿਹੜੀ ਦੁਰਮਤ ਵਾਲੀ ਭੈੜੀ ਮਤ ਦੀ ਮੈਲ ਹੈ, ਇਹਨੂੰ ਦੂਰ ਕਰ ਦੇਵੇਗਾ। ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਨਿਤਨੇਮ ਦੀ ਮਰਿਆਦਾ ਆਰੰਭ ਕੀਤੀ, ਗੁਰਬਾਣੀ ਕੀਰਤਨ ਦੇ ਪ੍ਰਵਾਹ ਚਲਾਏ। ਅਸੀਂ ਪੜ੍ਹਦੇ ਹਾਂ ਭਾਈ ਸਾਹਿਬ ਜੀ ਦੇ ਬਚਨ, ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ। ਉੱਥੇ ਗਰੀਬ ਨਵਾਜ਼ ਜੀ ਖੁਦ ਆਪ ਸੰਗਤਾਂ ਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਸਰਵਣ ਕਰਵਾਇਆ ਕਰਦੇ ਸਨ। ਕਿਉਂਕਿ ਸ਼ਬਦ ਦੇ ਵਿਚਾਰ ਦੁਆਰਾ ਹੀ ਸਾਡੇ ਅੰਦਰ ਗੁਰੂ ਦੀ ਵਿਚਾਰ ਜਾਵੇਗੀ, ਤੇ ਜਦੋਂ ਸਾਡੇ ਅੰਦਰ ਗੁਰੂ ਦੀ ਵਿਚਾਰਧਾਰਾ ਜਾਵੇਗੀ, ਸਾਡੇ ਮਨ ਦੇ ਵਿਚਾਰ ਬਦਲ ਜਾਣਗੇ। ਤੇ ਜਦੋਂ ਮਨ ਦੇ ਵਿਚਾਰ ਬਦਲ ਜਾਣ, ਸਮਝ ਲਵੋ ਜੀਵਨ ਬਦਲ ਗਿਆ। ਕੱਚੋਂ ਕੰਚਨ ਭਇਓ ਸ਼ਬਦ ਗੁਰ ਸ਼ਰਵਣੈ ਸੁਣਿਓ। ਕੱਚ ਵਰਗੇ ਜੀਵਨ ਜਿਹੜੇ ਸਨ ਉਹ ਕੰਚਨਵਤ ਬਣ ਗਏ ਜਦੋਂ ਕੰਨਾਂ ਨਾਲ ਗੁਰੂ ਦੇ ਸ਼ਬਦ ਨੂੰ ਸੁਣਿਆ। ਕੱਚ ਵਰਗੇ ਜੀਵਨ ਕਿਹੜੇ ਸਨ? ਬਿਨ ਸਾਚੇ ਅਨ ਟੇਕ ਹੈ ਸੋ ਜਾਣੋ ਕਾਚਾ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਕੱਚਿਆਂ ਪਿੱਲਿਆਂ ਦੇ ਬੋਲ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਨਕਾਰ ਨਹੀਂ ਦਰਜ ਨਹੀਂ ਸਨ ਕੀਤੇ, ਸਗੋਂ ਇਨਕਾਰ ਕਰ ਦਿੱਤਾ
ਕਿ ਜਿਹੜੇ ਖੁਦ ਕੱਚੇ ਨੇ, ਜਿਨ੍ਹਾਂ ਦੀ ਟੇਕ ਸੱਚ ਤੇ ਨਹੀਂ ਹੈ, ਉਹਨਾਂ ਦਾ ਉਪਦੇਸ਼ ਵੀ ਕੱਚਾ ਹੈ, ਉਹ ਤੁਹਾਡੇ ਜੀਵਨ ਨੂੰ ਸਵਾਰ ਨਹੀਂ ਸਕਦਾ। ਇਸ ਲਈ ਗਰੀਬ ਨਵਾਜ ਜੀ ਨੇ ਕੱਚ ਤੋਂ ਜੇ ਕੰਚਨ ਵਰਗਾ ਜੀਵਨ ਬਣਾਉਣਾ ਹੋਵੇ ਤੇ ਸਾਨੂੰ ਸ਼ਬਦ ਦੇ ਨਾਲ ਜੋੜਿਆ, ਕਿਉਂਕਿ ਜਦੋਂ ਤੱਕ ਅਸੀਂ ਸ਼ਬਦ ਨਾਲ ਨਹੀਂ ਜੁੜਾਂਗੇ ਤੇ ਸੱਚਮੁੱਚ ਸਾਡਾ ਜੀਵਨ ਕੱਚਾ ਪਿੱਲਾ ਰਹੇਗਾ। ਗਰੀਬ ਨਵਾਜ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ। ਕਹਿੰਦੇ ਇੱਕ ਦਿਨ ਸੰਗਤ ਜੁੜੀ ਹੋਈ ਸੀ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਸ਼ਬਦ ਦੀ ਵਿਚਾਰ ਸੰਗਤਾਂ ਨੂੰ ਸਰਵਣ ਕਰਵਾ ਰਹੇ ਸਨ ਤੇ ਉਹ ਸੰਗਤ ਦੇ ਵਿੱਚ ਦੋ ਸਕੇ ਭਰਾ ਭਾਈ ਖੇਡਾ ਤੇ ਭਾਈ ਪਿਰਥਾ ਉਹ ਵੀ ਬੈਠੇ ਸਨ। ਜਦੋਂ ਸ਼ਬਦ ਦੀ ਵਿਚਾਰ ਸਰਵਣ ਕੀਤੀ, ਉਹਨਾਂ ਨੂੰ ਬੜਾ ਆਨੰਦ ਆਇਆ। ਜਦੋਂ ਅੰਦਰ ਦੀ ਸੋਝੀ ਪ੍ਰਾਪਤ ਹੋਈ, ਦੋਵੇਂ ਸਕੇ ਭਰਾ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਪਾਤਸ਼ਾਹ ਜਿਹੜਾ ਆਨੰਦ ਅੱਜ ਕਰਤਾਰਪੁਰ ਸਾਹਿਬ ਇੱਥੇ ਸਤ ਸੰਗਤ ਵਿੱਚ ਜੁੜ ਕੇ ਗੁਰੂ ਦੀ ਸ਼ਬਦ ਵਿਚਾਰ ਦੁਆਰਾ ਸਾਨੂੰ ਪ੍ਰਾਪਤ ਹੋਇਆ, ਅਸੀਂ ਘਰਾਂ ਨੂੰ ਪਰਤ ਜਾਣਾ, ਅਸੀਂ ਕਿਰਤੀ ਹਾਂ, ਕਿਸੇ ਨੇ ਖੇਤੀ ਕਰਨੀ ਹੈ, ਕਿਸੇ ਨੇ ਦੁਕਾਨ ਖੋਲਣੀ ਹੈ, ਕੋਈ ਵਪਾਰ ਕਰਦਾ ਹੈ, ਕਿਸੇ ਨੇ ਆਪਣੀ ਨੌਕਰੀ ਤੇ ਜਾਣਾ ਹੈ, ਕਿ ਇਹ ਆਨੰਦ ਜਿਹੜਾ ਅੱਜ ਇੱਥੇ ਆ ਕੇ ਮਿਲਿਆ ਸਾਨੂੰ ਘਰਾਂ ਵਿੱਚ, ਆਪਣੇ ਨਗਰਾਂ ਵਿੱਚ ਵੀ ਮਿਲ ਸਕਦਾ। ਸਾਹਿਬ ਕਹਿਣ ਲੱਗੇ ਵੀ ਜੇ ਤੇ ਸ਼ਰੀਰਾਂ ਨਾਲ ਜੁੜੋਗੇ ਤੇ ਸ਼ਰੀਰ ਅੱਜ ਹੈਨ ਕੱਲ ਨੂੰ ਬਿਨਸ ਜਾਣਗੇ, ਤੁਹਾਡਾ ਆਨੰਦ ਵੀ ਖਤਮ ਹੋ ਜਾਵੇਗਾ। ਜੇ ਜੁੜੋਗੇ ਸ਼ਬਦ ਨਾਲ, ਸ਼ਬਦ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਸ਼ਬਦ ਸਦੀਵ ਕਾਲ ਲਈ ਜੁਗੋ ਜੁਗ ਅਟਲ ਅਗਵਾਈ ਕਰੇਗਾ। ਸ਼ਬਦ ਹਰ ਥਾਂ ਤੇ ਮੌਜੂਦ ਹੈ। ਜਦੋਂ ਸ਼ਬਦ ਨਾਲ ਜੁੜੋਗੇ ਤੇ ਇਹ ਆਨੰਦ ਵੀ ਕਦੇ ਖਤਮ ਨਹੀਂ ਹੋਵੇਗਾ। ਜਿਹੜੀ ਗੱਲਬਾਤ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਅਤੇ ਇਹਨਾਂ ਸਿੱਖਾਂ ਦੇ ਦਰਮਿਆਨ ਹੋਈ, ਉਹ ਬੋਲ ਸਾਡੇ ਇਤਿਹਾਸ ਨੇ ਸੰਭਾਲੇ ਨੇ। ਉਹ ਗੱਲਬਾਤ ਇਸ ਤਰ੍ਹਾਂ ਹੋਈ ਕਿ ਇੱਕ ਦਿਨ ਸੰਗਤ ਕੇਰ ਮਝਾਰਾ, ਬੈਠੇ ਸ਼੍ਰੀ ਪ੍ਰਭ ਸ਼ਬਦ ਵਿਚਾਰਾ, ਖੇਡਾ ਪਿਰਥਾ ਦਰਸ਼ਨ ਆਸੂ, ਚੱਲ ਆਏ ਸ਼੍ਰੀ ਨਾਨਕ ਪਾਸੂ। ਜਦੋਂ ਸਤਿਗੁਰੂ ਜੀ ਨੂੰ ਪੁੱਛਿਆ ਕਿ ਅਸੀਂ ਤੁਹਾਡੀ ਚਰਨ ਸ਼ਰਨ ਮੰਨਣਾ ਚਾਹੁੰਦੇ ਆ, ਆਨੰਦ ਲੈਣਾ ਚਾਹੁੰਦੇ ਆ, ਤੇ ਸਤਿਗੁਰਾਂ ਸਪਸ਼ਟ ਕੀਤਾ, ਸ਼੍ਰੀ ਪ੍ਰਭ ਬੋਲੇ ਹਮ ਪੱਗ ਤੈਵਾਂ। ਪੱਗ ਦਾ ਅਰਥ ਹੁੰਦਾ ਹੈ ਚਰਨ। ਸਾਹਿਬ ਕਹਿਣ ਲੱਗੇ ਇੱਕ ਤਾਂ ਸਰੀਰ ਨਾਲ ਜੁੜੇ ਹੋਏ ਪੈਰ ਨੇ, ਜਿਨ੍ਹਾਂ ਨੂੰ ਆਪਾਂ ਚਰਨ ਕਹਿੰਦੇ ਆ, ਉਹ ਜਿੱਥੇ ਸਰੀਰ ਜਾਵੇਗਾ ਉੱਥੇ ਚਰਨ ਨਾਲ ਜਾਣਗੇ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੋਈਏ ਤੇ ਤੁਸੀਂ ਆਪਣੇ ਨਗਰਾਂ ਵਿੱਚ ਹੋ ਤੇ ਉੱਥੇ ਵੀ ਤੁਸੀਂ ਸਾਡੀ ਚਰਨ ਸ਼ਰਨ ਮਾਣ ਸਕੋ, ਫਿਰ ਤਾਂ ਗੁਰੂ ਦੇ ਸ਼ਬਦ ਹੀ ਅਸਲ ਵਿੱਚ ਚਰਨ ਨੇ, ਜਿਨ੍ਹਾਂ ਦੀ ਤੁਸੀਂ ਸ਼ਰਨ ਮਾਣ ਸਕਦੇ ਹੋ। ਕਿਉਂਕਿ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਸ਼੍ਰੀ ਪ੍ਰਭ ਬੋਲੇ, ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿਣ ਲੱਗੇ ਹਮ ਪੱਗ ਤੈਵਾਂ, ਸਾਡੇ ਚਰਨ, ਸਾਡੇ ਪੱਗ, ਸਾਡੇ ਪੈਰ ਕਿੱਥੇ ਨੇ? ਗੁਰੂ ਦੇ ਚਰਨ ਕਿਹੜੇ ਨੇ? ਸ਼੍ਰੀ ਪ੍ਰਭ ਬੋਲੇ ਹਮ ਪੱਗ ਤੈਵਾਂ, ਸਦਾ ਬਸੈ ਸਤ ਸੰਗਤ ਜੈਵਾਂ। ਜਿੱਥੇ ਗੁਰੂ ਕੀ ਸੰਗਤ ਜੁੜੇਗੀ, ਉਸ ਸੰਗਤ ਦੇ ਵਿੱਚੋਂ ਤੁਸੀਂ ਗੁਰੂ ਕੀ ਚਰਨ ਸ਼ਰਨ ਨੂੰ ਪ੍ਰਾਪਤ ਕਰਨਾ ਹੈ। ਗੁਰੂ ਦੀ ਚਰਨ ਸ਼ਰਨ ਕੀ ਹੈ? ਗੁਰੂ ਦੇ ਉਪਦੇਸ਼ ਨੂੰ ਮੰਨਣਾ। ਸ਼੍ਰੀ ਪ੍ਰਭ ਬੋਲੇ ਹਮ ਪੱਗ ਤੈਵਾਂ, ਸਦਾ ਬਸੈ ਸਤ ਸੰਗਤ ਜੈਵਾਂ। ਧਰਮ ਕਿਰਤ ਕਰ ਵੰਡ ਜੇ ਖਾਓ, ਚਰਨ ਸ਼ਰਨ ਇਉ ਨਿਜ ਜੇ ਕਮਾਓ। ਜੇ ਧਰਮ ਦੀ ਕਿਰਤ ਕਰਕੇ ਵੰਡ ਕੇ ਛਕੋਗੇ, ਕਿਉਂਕਿ ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਣ ਵਰਤੰਦਾ। ਹੱਥੋਂ ਦੇ ਕੇ ਭਲਾ ਮਨਾਵੇ, ਕਿਰਤ ਕਰੋ ਨਾਮ ਜਪੋ, ਵੰਡ ਛਕੋ। ਇਹ ਗੁਰੂ ਨਾਨਕ ਸਾਹਿਬ ਜੀ ਦੇ ਮੁੱਢਲੇ ਸਿਧਾਂਤ ਨੇ। ਸਾਹਿਬ ਕਹਿਣ ਲੱਗੇ ਜੇ ਕਿਰਤ ਕਰਕੇ ਵੰਡ ਕੇ ਛਕੋਗੇ, ਭਰਾਤਰੀ ਭਾਵ ਵੀ ਪੈਦਾ ਹੋਵੇਗਾ, ਸਰਬੱਤ ਦੇ ਭਲੇ ਦੀ ਜਾਚਨਾ ਵੀ ਅੰਦਰ ਆਵੇਗੀ ਤੇ ਸੱਚਮੁੱਚ ਥੋੜੇ ਵਿੱਚ ਵੀ ਬਰਕਤਾਂ ਪੈ ਜਾਣਗੀਆਂ। ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਤਿਲਾਂ ਦਾ ਦਾਣਾ ਵੀ ਦੱਸ ਦਿੱਤਾ ਵੀ ਜੇ ਵੰਡ ਕੇ ਛਕਣਾ ਹੋਵੇ ਤੇ ਛਕਿਆ ਜਾ ਸਕਦਾ ਹੈ, ਤੇ ਜੇ ਦਿਲ ਸੌੜਾ ਹੋਵੇ, ਤੰਗ ਦਿਲੀ ਹੋਵੇ, ਬੰਦੇ ਦੇ ਅੰਦਰ ਸੰਕੀਰਨਤਾ ਹੋਵੇ ਤੇ ਬੰਦਾ ਕਰੋੜਾਂ ਅਰਬਾਂ ਦਾ ਧਾਰਨੀ ਹੋ ਕੇ ਵੀ ਕੰਜੂਸ ਹੀ ਰਹਿੰਦਾ, ਕਦੇ ਹੱਥੋਂ ਕਿਸੇ ਨੂੰ ਕੁਝ ਦੇ ਨਹੀਂ ਸਕਦਾ। ਸਤਿਗੁਰੂ ਜੀ ਨੇ ਦੱਸਿਆ ਵੀ ਸਾਡੀ ਚਰਨ ਸ਼ਰਨ ਕੀ ਹੈ? ਧਰਮ ਕਿਰਤ ਕਰ ਵੰਡ ਜੇ ਖਾਓ, ਚਰਨ ਸ਼ਰਨ ਇਉ ਨਿਤ ਜੇ ਕਮਾਓ। ਮਿਲੇ ਸ਼ਰੀਰ ਬਿਸ਼ਰ ਸੇ ਜਾਵੇਂ, ਸ਼ਬਦ ਮਿਲੇ ਨਾ ਬਿਸ਼ਰਨ ਪਾਵੈ। ਜੇ ਸ਼ਰੀਰਾਂ ਨਾਲ ਜੁੜੋਗੇ ਤੇ ਸ਼ਰੀਰਾਂ ਦਾ ਜਿੱਥੇ ਮਿਲਾਪ ਹੈ, ਉੱਥੇ ਇੱਕ ਦਿਨ ਸ਼ਰੀਰ ਬਿਨਸ ਜਾਣੇ ਨੇ, ਵਿਛੋੜਾ ਪਵੇਗਾ।
ਪਰ ਸ਼ਬਦ ਨਾਲ ਜੁੜਿਓ, ਸ਼ਬਦ ਕਰਕੇ ਕਦੇ ਵੀ ਵਿਛੋੜਾ ਨਹੀਂ ਹੋਵੇਗਾ, ਕਿਉਂਕਿ ਸ਼ਬਦ ਸਦੀਵੀ ਹੈ। ਸਤਿਗੁਰੂ ਜੀ ਜਿਸ ਸਥਾਨ ਤੇ ਵੀ ਗਏ ਜਿੱਥੇ ਆਪ ਪਾਵਨ ਬਾਣੀ ਉਚਾਰਨ ਕਰਦੇ, ਵੇਖੋ ਸੱਜਣ ਵਰਗੇ ਠੱਗ, ਭੂਮੀਆਂ ਵਰਗੇ ਚੋਰ, ਨੂਰਸ਼ਾ ਵਰਗੀਆਂ ਜਾਦੂਗਰਨੀਆਂ, ਵੱਡੇ ਵੱਡੇ ਕੰਧਾਰੀ ਜਿਹੜੇ ਵਲੀ ਸਨ, ਵੱਡੇ ਵੱਡੇ ਨਬੀ ਔਲੀਏ, ਉਹਨਾਂ ਨੂੰ ਸਤਿਗੁਰੂ ਜੀ ਨੇ ਜਦੋਂ ਸੱਚ ਦਾ ਮਾਰਗ ਦ੍ਰਿੜ ਕਰਵਾਇਆ ਤੇ ਗੁਰੂ ਸ਼ਬਦ ਦੀ ਵਿਚਾਰ ਦੁਆਰਾ ਸੋਝੀ ਬਖਸ਼ਿਸ਼ ਕੀਤੀ। ਭੂਮੀਆਂ ਚੋਰ ਨੂੰ ਕੇਵਲ ਇੰਨਾ ਕਿਹਾ, ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਵੀ ਅੱਜ ਤੱਕ ਚੋਰ ਨੂੰ ਕਿਸੇ ਨੇ ਚੰਗਾ ਕਿਹਾ? ਕਦੇ ਕੋਈ ਚੋਰ ਦੀ ਹਾਮਾ ਭਰਦਾ, ਭਾਵੇਂ ਉਹ ਆਪਣਾ ਸਕਾ ਰਿਸ਼ਤੇਦਾਰ ਵੀ ਕਿ ਨਾ ਹੋਵੇ, ਭੈਣ ਭਰਾ ਵੀ ਕਿਉਂ ਨਾ ਹੋਵੇ। ਭੂਮੀਆਂ ਚੋਰ ਚੋਰੀ ਛੱਡ ਗਿਆ। ਸੱਜਣ ਠੱਗ ਨੂੰ ਕੇਵਲ ਇੰਨਾ ਕਿਹਾ ਕਿ ਜੇ ਬੰਦੇ ਨੇ ਸਿਰ ਤੇ ਭਾਰ ਚੁੱਕਿਆ ਹੋਵੇ, ਉਹਨੂੰ ਅੱਖਾਂ ਤੋਂ ਦਿਸੇ ਨਾ, ਜਾਣਾ ਹੋਵੇ ਬੜੇ ਟੇਢੇ ਮੇਢੇ ਡੂਗਰ ਪਹਾੜੀ ਰਸਤੇ ਤੇ ਸੱਜਣਾ, ਉਹਦਾ ਕੀ ਬਣੇਗਾ। ਜਦੋਂ ਸਾਹਿਬ ਨੇ ਬਚਨ ਕਹੇ, ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ। ਤੇ ਸੱਜਣ ਠੱਗ ਕਹਿਣ ਲੱਗਾ, ਇਹ ਤੇ ਮੇਰੇ ਅੰਦਰ ਦੀ ਅਵਸਥਾ ਹੈ ਸਤਿਗੁਰਾਂ ਦੇ ਅੱਗੇ। ਉਹਨੇ ਆਪਣਾ ਆਪ ਸਮਰਪਿਤ ਕਰ ਦਿੱਤਾ। ਨੂਰਸ਼ਾ ਜਾਦੂਗਰਨੀ ਨੂੰ ਕੇਵਲ ਇੰਨਾ ਕਿਹਾ, ਬੀਬਾ ਤੂੰ ਔਰਤ ਹੈ। ਔਰਤ ਇੱਕ ਮਾਂ ਹੁੰਦੀ ਹੈ, ਮਾਂ ਦੇ ਅੰਦਰ ਇੱਕ ਮਮਤਾ ਹੁੰਦੀ ਹੈ, ਉਹ ਆਪਣੇ ਆਪ ਨੂੰ ਸੰਕਟ ਵਿੱਚ ਪਾ ਕੇ ਵੀ ਦੂਜਿਆਂ ਦਾ ਭਲਾ ਲੋਚਦੀ ਹੈ। ਪਰ ਤੂੰ ਇੱਕ ਔਰਤ ਹੋ ਕੇ ਜਾਦੂ ਟੂਣਿਆਂ ਵਾਲੇ ਪਾਸੇ ਤੁਰ ਪਈਆਂ, ਲੋਕਾਂ ਦੇ ਬੱਚੇ ਮਾਰਦੀਆਂ, ਲੋਕਾਂ ਦੇ ਉੱਪਰ ਜਾਦੂ ਟੂਣੇ ਕਰਕੇ ਉਹਨਾਂ ਦਾ ਨੁਕਸਾਨ ਕਰਦੀਆਂ। ਤੇਰੇ ਅੰਦਰ ਦੀ ਔਰਤ ਖਤਮ ਹੋ ਚੁੱਕੀ ਹੈ। ਪਰਤ ਫਿਰ ਆਪਣੇ ਆਪ ਨੂੰ ਪਛਾਣ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਉਪਦੇਸ਼ ਦਿੱਤਾ ਤੇ ਨੂਰਸ਼ਾ ਜਾਦੂਗਰਨੀ ਨੇ ਤੋਬਾ ਕਰਕੇ ਉਸ ਦਿਨ ਤੋਂ ਬਾਅਦ ਜਾਦੂ ਟੂਣਿਆਂ ਵਾਲਾ ਰਾਹ ਛੱਡ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜਨਾ ਕੀਤਾ ਤੇ ਸਿੱਖ ਧਰਮ ਦੇ ਪ੍ਰਚਾਰ ਲਈ ਬੜਾ ਵੱਡਾ ਯੋਗਦਾਨ ਪਾਇਆ। ਬੀਬੀਆਂ ਭੈਣਾਂ ਨੂੰ ਪ੍ਰੇਰਿਆ ਕਿ ਕਦੇ ਵੀ ਭੁੱਲ ਕੇ ਤੰਤਰ ਮੰਤਰ ਜਾਂ ਜਾਦੂ ਟੂਣਿਆਂ ਵਾਲੇ ਰਸਤੇ ਤੇ ਨਹੀਂ ਤੁਰਨਾ, ਕਿਉਂਕਿ ਗੁਰੂ ਕਾ ਸ਼ਬਦ ਜਿਹੜਾ ਹੈ ਉਹਦੇ ਨਾਲ ਸਾਡਾ ਲੋਕ ਪਰਲੋਕ ਸਵਰਦਾ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਸਭ ਤੋਂ ਵੱਡਾ ਜੇ ਕੋਈ ਸਾਡੇ ਜੀਵਨ ਨੂੰ ਸਵਾਰਨ ਲਈ ਉਪਦੇਸ਼ ਹੋ ਸਕਦਾ ਤੇ ਉਹ ਗੁਰੂ ਕਾ ਸ਼ਬਦ ਹੈ। ਸਤਿਗੁਰੂ ਜੀ ਜਿੰਨੀ ਬਾਣੀ ਉਚਾਰਨ ਕਰਦੇ ਉਹਨੂੰ ਪੋਥੀ ਸਾਹਿਬ ਵਿੱਚ ਲਿਖਦੇ। ਪ੍ਰਭੂ ਭਗਤਾਂ ਦੇ ਸਥਾਨਾਂ ਤੇ ਜਾ ਕੇ ਭਗਤ ਬਾਣੀ ਨੂੰ ਸਤਿਗੁਰਾਂ ਨੇ ਇਕੱਤਰ ਕੀਤਾ, ਕਿਉਂਕਿ ਗੁਰੂ ਕੀ ਬਾਣੀ ਦਾ ਸਿਧਾਂਤ ਹੈ, ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ। ਦੋ ਸ਼ਬਦ ਨੇ, ਇੱਕ ਭੈਣੇ ਤੇ ਇੱਕ ਸਹੇਲੜੀ। ਹੁਣ ਭੈਣ ਅਸੀਂ ਉਹਨੂੰ ਕਹਿੰਦੇ ਆ ਜਿਹਦੇ ਨਾਲ ਸਾਡਾ ਬਲੱਡ ਰਿਲੇਸ਼ਨ ਹੁੰਦਾ, ਖੂਨ ਦਾ ਰਿਸ਼ਤਾ ਜੋ ਆਪਣੀ ਹੋਵੇ। ਤੇ ਸਹੇਲੀ ਉਹਨੂੰ ਕਿਹਾ ਜਾਂਦਾ ਹੈ ਜਦੋਂ ਸਾਡੀ ਭੈਣ ਕਿਸੇ ਨੂੰ ਸਹੇਲੀ ਬਣਾਉਂਦੀ ਹੈ, ਉਹਦੇ ਨਾਲ ਭਾਵੇਂ ਖੂਨ ਦਾ ਰਿਸ਼ਤਾ ਨਹੀਂ, ਪਰ ਉਹਦੇ ਨਾਲ ਉਹਦੀ ਵਿਚਾਰਧਾਰਾ ਮਿਲਦੀ, ਉਹਦਾ ਸੁਭਾਅ ਮਿਲਦਾ ਹੈ। ਸਭ ਕਹਿੰਦੇ ਭੈਣਾਂ ਵੀ ਪ੍ਰਵਾਨ, ਕਿਉਂਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ ਜੀ, ਇਹ ਆਪਸ ਵਿੱਚ ਵੇਖੋ ਪਿਓ ਪੁੱਤਰ ਦਾ ਰਿਸ਼ਤਾ ਹੈ। ਅੱਗੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਬਲੱਡ ਰਿਲੇਸ਼ਨ ਨੇ। ਸਭ ਕਹਿੰਦੇ ਜੇ ਆਪਣੇ ਸੱਚ ਦੇ ਮਾਰਗ ਤੇ ਤੁਰੇ ਹੋਣ ਉਹ ਵੀ ਪ੍ਰਵਾਨ, ਤੇ ਜੇ ਕਿਤੇ ਖੂਨ ਦਾ ਰਿਸ਼ਤਾ ਨਾ ਵੀ ਹੋਵੇ, ਸਕੀ ਭੈਣ ਉਹਦੀ ਅੱਗੇ ਸਹੇਲੀ ਹੋਵੇ ਤੇ ਉਹਦੀ ਵਿਚਾਰਧਾਰਾ ਭੈਣ ਨਾਲ ਮਿਲਦੀ ਹੋਵੇ, ਸਾਹਿਬ ਕਹਿੰਦੇ ਉਹ ਵੀ ਗੁਰੂ ਘਰ ਪ੍ਰਵਾਨ। ਇਹੀ ਕਾਰਨ ਕਿ ਜਿਨ੍ਹਾਂ ਦੀ ਵਿਚਾਰਧਾਰਾ ਮੇਲ ਖਾਂਦੀ ਸੀ, ਉਹ ਚਾਹੇ ਬਾਬਾ ਸੁੰਦਰ ਜੀ ਗੁਰੂ ਕੇ ਪੜਪੋਤਰੇ ਸਨ, ਤੇ ਚਾਹੇ ਉਹ ਬਾਬਾ ਫਰੀਦ ਜੀ, ਬਾਬਾ ਕਬੀਰ ਜੀ, ਬਾਬਾ ਰਵਿਦਾਸ ਜੀ, ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ, ਸਾਹਿਬ ਨੇ ਗਲ ਨਾਲ ਲਾਇਆ, ਕਹਿਣ ਲੱਗੇ ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤਕੀਆਂ। ਇੱਥੇ ਕੇਵਲ ਆਪਣੇ ਪਰਾਏ ਦਾ ਨਹੀਂ, ਸਾਹਿਬ ਕਹਿਣ ਲੱਗੇ ਚਾਹੇ ਸਕੀ ਭੈਣ ਹੋਵੇ ਤੇ ਚਾਹੇ ਭੈਣ ਅੱਗੇ ਕਿਸੇ ਨੂੰ ਸਹੇਲੀ ਬਣਾਵੇ, ਜੇ ਵਿਚਾਰ ਮਿਲਦੇ ਹੋਣ ਤੇ ਵਿਚਾਰਾਂ ਦਾ ਰਿਸ਼ਤਾ ਖੂਨ ਦੇ ਰਿਸ਼ਤੇ ਨਾਲੋਂ ਵੀ ਮਹਾਨ ਹੈ। ਜਿੱਥੇ ਸਤਿਗੁਰਾਂ ਨੇ ਆਪਣੀ ਬਾਣੀ ਅੰਕਿਤ ਕੀਤੀ ਬਲੱਡ ਰਿਲੇਸ਼ਨ ਵਿੱਚੋਂ, ਅੱਗੇ ਆਪਣਿਆਂ ਦੇ ਬਚਨ ਅੰਕਿਤ ਕੀਤੇ, ਉੱਥੇ ਜਿਨ੍ਹਾਂ ਨਾਲ ਕੋਈ ਖੂਨ ਦਾ ਰਿਸ਼ਤਾ ਨਹੀਂ ਸੀ, ਜਦੋਂ ਉਹ ਸੱਚ ਦੀ ਵਿਚਾਰਧਾਰਾ ਦੇ ਧਾਰਨੀ ਸਨ, ਉਹਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸਤਿਕਾਰਯੋਗ ਥਾਂ ਦੇ ਕੇ ਗਰੀਬ ਨਵਾਜ ਜੀ ਨੇ ਨਵਾਜਣਾ ਕੀਤਾ।
ਜਿੰਨੀ ਬਾਣੀ ਸਤਿਗੁਰੂ ਜੀ ਨੇ ਆਪ ਉਚਾਰਨ ਕੀਤੀ ਜਾਂ ਭਗਤ ਬਾਣੀ ਆਪ ਇਕੱਤਰ ਕੀਤੀ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਨ ਲੱਗੇ ਤੇ ਸਭ ਤੋਂ ਵੱਡਾ ਨਜ਼ਰਾਨਾ, ਸਭ ਤੋਂ ਵੱਡਾ ਤੋਹਫਾ, ਸਭ ਤੋਂ ਵੱਡੀ ਬਖਸ਼ਿਸ਼ ਗੁਰਬਾਣੀ ਦੀਆਂ ਪੋਥੀਆਂ ਦਾ ਜਿਹੜਾ ਸੰਗ੍ਰਹਿ ਸੀ ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਝੋਲੀ ਵਿੱਚ ਰੱਖਿਆ। ਪੁਰਾਤਨ ਜਨਮ ਸਾਖੀ ਵਿੱਚ ਬਚਨ ਨੇ, ਤਿਤ ਮਹਿਲ ਸ਼ਬਦ ਜੋ ਹੋਆ ਸੋ ਪੋਥੀ ਜ਼ੁਬਾਨ ਗੁਰ ਅੰਗਦ ਜੋਗ ਮਿਲੀ। ਕਹਿ ਦਿੱਤਾ ਪੁਰਖਾ ਸਭ ਤੋਂ ਵੱਡੀ ਗੁਰਤਾ ਗੱਦੀ ਦੀ ਜੇ ਜ਼ਿੰਮੇਵਾਰੀ ਹੈ ਤੇ ਉਹ ਗੁਰਬਾਣੀ ਦੀ ਸੰਭਾਲ ਹੈ। ਸਭ ਤੋਂ ਵੱਡੀ ਗੁਰਤਾ ਗੱਦੀ ਦੀ ਜੇ ਮਹਾਨਤਾ ਹੈ, ਵਿਸ਼ੇਸ਼ਤਾ ਹੈ ਤੇ ਉਹ ਗੁਰਬਾਣੀ ਦਾ ਪ੍ਰਚਾਰ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸ਼ਬਦ ਦੀ ਰਾਹਦਾਰੀ ਬਖਸ਼ੀ, ਸ਼ਬਦ ਦਾ ਤਿਲਕ, ਸ਼ਬਦ ਦਾ ਸੱਚਾ ਨਿਸ਼ਾਨ ਬਖਸ਼ਿਸ਼ ਕੀਤਾ। ਸਮਝਾ ਦਿੱਤਾ ਪਾਵਨ ਬਾਣੀ ਦੇ ਰਾਹੀਂ ਕਿ ਜਪ ਕਰਕੇ ਹੀ ਅਸਲ ਵਿੱਚ ਮੱਥੇ ਤੇ ਨਿਸ਼ਾਨ ਨਿਕਲਦਾ ਹੈ। ਨਦਰੀ ਕਰਮ ਪਵੈ ਨਿਸ਼ਾਨ। ਤੇ ਜਦੋਂ ਅਸੀਂ ਸਿਮਰਨ ਨਾਲ ਜੁੜਾਂਗੇ, ਸ਼ਬਦ ਨਾਲ ਜੁੜਾਂਗੇ, ਸ਼ਬਦ ਹੀ ਤਿਲਕ ਬਣ ਕੇ ਸਾਡੇ ਮੱਥੇ ਤੇ ਉਹ ਨਿਸ਼ਾਨ, ਉਹ ਰਾਹਦਾਰੀ ਬਣੇਗਾ ਜਿਹਦੇ ਨਾਲ ਲੋਕ ਤੇ ਪਰਲੋਕ ਵਿੱਚ ਸੁਰਖਰੂ ਹੋਈਦਾ। ਤਿੰਨ ਮੁਖ ਟਿਕੈ ਨਿਕਲੈ। ਜਦੋਂ ਗੁਰੂ ਕੀ ਬਾਣੀ ਨੂੰ ਸਮਰਪਿਤ ਹੋ ਜਾਵਾਂਗੇ ਤੇ ਸਤਿਗੁਰੂ ਜੀ ਦਾ ਨਿਰਣਾ ਹੈ ਕਿ ਸੱਚਮੁੱਚ ਮਨੁੱਖ ਦੀ ਅਵਸਥਾ ਬਦਲ ਜਾਂਦੀ ਹੈ। ਜਿਹੜਾ ਜੀਵਨ ਪਹਿਲਾਂ ਮੈਲਾ ਕੁਚੈਲਾ ਸੀ, ਜਿਹੜਾ ਜੀਵਨ ਦੁਰਗੰਧ ਨਾਲ ਭਰਿਆ ਹੋਇਆ ਸੀ, ਉਹ ਇੰਨਾ ਪਵਿੱਤਰ ਹੋ ਜਾਂਦਾ ਹੈ। ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿਕਾ, ਤਿਤ ਘਟ ਮਤ ਵਿਗਾਸ। ਲੋਕੀ ਚੰਦਨ ਨੂੰ ਬੜਾ ਸੁਗੰਧਿਤ ਮੰਨਦੇ ਨੇ, ਕੇਸਰ ਨੂੰ ਬੜਾ ਪਵਿੱਤਰ ਮੰਨਦੇ ਨੇ। ਸਭ ਕਹਿੰਦੇ ਜਿਹੜਾ ਸ਼ਬਦ ਨਾਲ ਜੁੜ ਜਾਵੇ, ਗੁਰੂ ਕੀ ਬਾਣੀ ਦੇ ਸਿਧਾਂਤ ਨਾਲ ਜੁੜ ਜਾਵੇ, ਕੁੰਗੂ ਕੀ ਕਾਇਆ, ਉਹਨੂੰ ਫਿਰ ਕੇਸਰ ਦੇ ਟਿੱਕੇ ਲਾਉਣ ਦੀ ਲੋੜ ਨਹੀਂ। ਉਹ ਸਰੀਰ ਇੰਨਾ ਪਵਿੱਤਰ, ਇੰਨਾ ਜੀਵਨ ਪਵਿੱਤਰ ਹੋ ਜਾਂਦਾ ਹੈ ਕਿ ਸਰੀਰ ਹੀ ਕੁੰਗੂ ਕੇਸਰ ਬਣ ਜਾਂਦਾ ਹੈ। ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ। ਅਗਰ ਕਹਿੰਦੇ ਨੇ ਚੰਦਨ ਨੂੰ, ਤੇ ਵੇਖੋ ਜਿਹੜੀਆਂ ਅਗਰ ਤੋਂ, ਚੰਦਨ ਤੋਂ ਬੱਤੀਆਂ ਬਣਦੀਆਂ, ਲੋਕ ਕਹਿੰਦੇ ਨੇ ਅਗਰ ਬੱਤੀਆਂ। ਪਰ ਸਾਹਿਬ ਕਹਿੰਦੇ ਜਦੋਂ ਸ਼ਬਦ ਦਾ ਸਿਧਾਂਤ ਅੰਦਰ ਪਨ ਪਵੇ ਤੇ ਤੇਰਾ ਹਰ ਸਵਾਸ ਜਿਹੜਾ ਅੰਦਰ ਜਾਣਾ, ਬਾਹਰ ਆਉਣਾ, ਇਹ ਅਗਰਬੱਤੀਆਂ ਨਾਲੋਂ ਵੀ ਜ਼ਿਆਦਾ ਸੁਗੰਧਿਤ ਹੋ ਜਾਣਾ। ਅਗਰ ਵਾਸ ਤਨ ਸਾਸ, ਤੈਨੂੰ ਫਿਰ ਮੱਥੇ ਤੇ ਆ ਦੁਨਿਆਵੀ ਟਿੱਕੇ ਲਾਉਣ ਦੀ ਲੋੜ ਨਹੀਂ। ਸ਼ਬਦ ਦਾ ਟਿੱਕਾ, ਸ਼ਬਦ ਦਾ ਨਿਸ਼ਾਨ ਤੇਰੇ ਮੱਥੇ ਤੇ ਲੱਗ ਜਾਵੇਗਾ। 68 ਤੀਰਥ ਕਾ ਮੁਖ ਟਿੱਕਾ, ਤਿਤ ਘਟ ਮਤ ਵਿਗਾਸ। ਸ਼ਬਦ ਦਾ ਟਿੱਕਾ, ਸ਼ਬਦ ਦੀ ਰਾਹਦਾਰੀ, ਸ਼ਬਦ ਦਾ ਨਿਸ਼ਾਨ ਗੁਰੂ ਅੰਗਦ ਦੇਵ ਮਹਾਰਾਜ ਨੂੰ ਬਖਸ਼ਿਸ਼ ਕੀਤਾ। ਜਦੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਸਨ ਤੇ ਸਿੱਧਾ ਨੇ ਸੋਚਿਆ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਸ਼ਮੇਰ ਪਰਬਤ ਤੇ ਗਏ, ਗੋਰਖ ਮਤੇ ਗਏ, ਜਿਹਨੂੰ ਬਾਅਦ ਵਿੱਚ ਅਸੀਂ ਸ਼੍ਰੀ ਨਾਨਕ ਮਤੇ ਸਾਹਿਬ ਦੇ ਰੂਪ ਵਿੱਚ ਵੀ ਆਪਣਾ ਅਕੀਦਾ ਅਰਪਣ ਕਰਦੇ ਹਾਂ। ਸਤਿਗੁਰੂ ਜੀ ਅਚਲ ਵਟਾਲੇ ਦੀ ਧਰਤੀ ਤੇ ਗਏ, ਹਰ ਥਾਂ ਤੇ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਸ਼ਬਦ ਦੁਆਰਾ ਸਿੱਧ ਮੰਡਲੀ ਤੇ ਜਿੱਤ ਪ੍ਰਾਪਤ ਕੀਤੀ ਤੇ ਆਪਣੇ ਪੰਥ ਨੂੰ ਨਿਰਾਲਾ ਰੱਖਿਆ। ਉਹਦੇ ਵਿੱਚ ਕੋਈ ਰਲਗੜ ਨਹੀਂ ਹੋਣ ਦਿੱਤਾ, ਉਹਦੇ ਵਿੱਚ ਕੋਈ ਮਿਲਾਵਟ ਨਹੀਂ ਹੋਣ ਦਿੱਤੀ। ਉਸੇ ਨਿਰਾਲੇ ਪੰਥ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਕਿਹਾ। ਨਿਰਮਲ ਤੇ ਖਾਲਸਾ ਇੱਕ ਦੂਸਰੇ ਦੇ ਪਰਾਇਆਵਾਚੀ ਸ਼ਬਦ ਨੇ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਵੀ ਜਿਹਦੇ ਵਿੱਚ ਵਹਿਮਾਂ ਭਰਮਾਂ ਦਾ, ਮਨ ਮਤ ਦਾ ਰਲ ਗੱਡ ਨਹੀਂ, ਉਹ ਨਿਰਮਲ ਤੇ ਖਾਲਸ ਪੰਥ ਹੈ, ਜਿਹਨੂੰ ਸ਼ਬਦ ਦੇ ਦੁਆਰਾ, ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਸ਼ਬਦ ਦੇ ਰਾਹੀਂ ਆਪਣੇ ਪੰਥ ਨੂੰ, ਮਾਰਗ ਨੂੰ ਗਰੀਬ ਨਵਾਜ ਜੀ ਨੇ ਨਿਰਾਲਾ ਰੱਖਿਆ। ਭਾਵ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ, ਕੋਈ ਰਲਗੜ ਜਿਹੜੀ ਸੀ ਉਹ ਪ੍ਰਵਾਨ ਨਹੀਂ ਕੀਤੀ। ਜੋਗੀਆਂ ਨੇ, ਸਿੱਧ ਮੰਡਲੀ ਨੇ ਸੋਚਿਆ ਵੀ ਅਸੀਂ ਪਹਾੜਾਂ ਤੋਂ ਉਤਰ ਕੇ ਮੈਦਾਨੀ ਇਲਾਕੇ ਵਿੱਚ ਵਿਚਰ ਰਹੇ ਹਾਂ ਤੇ ਜਾਂਦੇ ਜਾਂਦੇ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰ ਚਲੀਏ। ਭਲਾ ਵੇਖੀਏ ਵੀ ਸੱਚਮੁੱਚ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਸਾਹਿਬ ਹੀ ਨੇ। ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ ਤੇ ਉਹਨਾਂ ਹਰ ਪ੍ਰਸ਼ਨ ਦਾ ਉੱਤਰ ਦੇ ਕੇ ਸਾਨੂੰ ਨਿਰੁੱਤਰ ਕਰ ਦਿੱਤਾ, ਅਸੀਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਵੀ ਪ੍ਰਸ਼ਨ ਕਰਾਂਗੇ। ਉਹਨਾਂ ਨੇ ਆ ਕੇ ਸਭ ਤੋਂ ਪ੍ਰਮੁੱਖ ਪ੍ਰਸ਼ਨ ਇਹ ਕੀਤਾ ਵੀ ਜਦੋਂ ਭਾਰਤ ਵਰਸ਼ ਦੇ ਵਿੱਚ ਧਰਮ ਸਥਾਨ, ਧਾਰਮਿਕ ਰਹਿਬਰ, ਧਾਰਮਿਕ ਗ੍ਰੰਥ ਪਹਿਲਾਂ ਮੌਜੂਦ ਸੀ ਤੇ ਤੁਸੀਂ ਇਹ ਸਾਰਾ ਕੁਝ ਛੱਡ ਕੇ ਗੁਰੂ ਕੀ ਬਾਣੀ ਨਾਲ ਕਿਉਂ ਜੁੜੇ ਹੋ?
ਤੇ ਫਿਰ ਸਤਿਗੁਰੂ ਜੀ ਦੀ ਬਾਣੀ ਦੇ ਸਿਧਾਂਤ ਮੁਤਾਬਕ ਚੱਲ ਕੇ ਉਹਨਾਂ ਦੀ ਗੁਰਤਾ ਗੱਦੀ ਤੇ ਵੀ ਬਿਰਾਜਮਾਨ ਹੋ, ਸਾਨੂੰ ਕਿਰਪਾ ਕਰਕੇ ਸਮਝਾਵੋ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜਿਹੜੇ 63 ਸ਼ਲੋਕ ਨੇ ਨਾ, ਵੈਸੇ ਆਸਾ ਦੀ ਵਾਰ ਦਾ ਉਹ ਸ਼ਲੋਕ ਹੀ ਚੇਤੇ ਰੱਖ ਲਈਏ ਨਾ, ਏਕ ਨੇਹੀ ਆਸ਼ਕੀ ਦੂਜਾ ਲੱਗਿਆ ਜਾਏ। ਕਹਿੰਦੇ ਕਾਦੀ ਤੇਰੀ ਗੁਰੂ ਨਾਲ ਪ੍ਰੀਤ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੱਥਾ ਟੇਕੀ ਜਾਣਾ ਤੇ ਜਠੇਰੇ ਵੀ ਮੱਥਾ ਟੇਕੀ ਜਾਣਾ। ਇਹ ਤੇ ਹਰ ਜਾਈ ਹੈ, ਥਾਂ ਥਾਂ ਤੇ ਨਹੀਂ ਲਾਉਣ ਵਾਲੀ ਗੱਲ ਹੈ। ਜੇ ਗੁਰੂ ਦਾ ਸੱਚਾ ਆਸ਼ਿਕ ਹੈ, ਗੁਰੂ ਦਾ ਸੱਚਾ ਪ੍ਰੀਤਵਾਨ ਹੈ, ਤੇ ਗੁਰੂ ਤੋਂ ਬਿਨਾਂ ਕਿਤੇ ਹੋਰ ਥਾਂ ਨਾ ਜਾਇਆ ਕਰ। ਆਸਾ ਦੀ ਵਾਰ ਦੀ ਜਦੋਂ ਸੰਪੂਰਨਤਾ ਹੁੰਦੀ ਗੁਰੂ ਅੰਗਦ ਦੇਵ ਜੀ ਦੇ ਬਚਨ, ਏਕ ਨੇਹੀ ਆਸ਼ਕੀ ਦੂਜਾ ਲੱਗਿਆ ਜਾਏ। ਸਾਹਿਬ ਕਹਿੰਦੇ ਗੁਰੂ ਨਾਲ ਸੱਚੀ ਪ੍ਰੀਤ ਨਹੀਂ ਹੈ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜਿਹੜੇ 63 ਸ਼ਲੋਕ ਨੇ, ਉਹਨਾਂ ਵਿੱਚੋਂ ਇੱਕ ਸ਼ਲੋਕ ਹੈ, ਸਾਹਿਬ ਨੇ ਬੜੇ ਪਿਆਰ ਸਹਿਤ ਸਮਝਾਇਆ। ਅੱਜ ਵੀ ਕਈ ਗੱਲਾਂ ਸਾਨੂੰ ਪਿਆਰ ਨਾਲ ਆਪਸ ਵਿੱਚ ਮਿਲ ਬੈਠ ਕੇ ਕਰਨੀਆਂ ਚਾਹੀਦੀਆਂ ਨੇ। ਵੀ ਜਿਵੇਂ ਮੁਸਲਮਾਨ ਵੀ ਰੋਜ਼ੇ ਰੱਖਦੇ ਨੇ, ਪਰ ਸਿੱਖਾਂ ਨੇ ਕਦੇ ਰੋਜ਼ੇ ਨਹੀਂ ਰੱਖੇ। ਹਿੰਦੂ ਵੀਰਾਂ ਦੇ ਵਰਤ ਨੇ ਤੇ ਸਿੱਖ ਵਰਤ ਕਿਉਂ ਰੱਖਦੇ ਨੇ? ਵੀ ਸਾਡੇ ਲਈ ਤੇ ਹਿੰਦੂ ਮੁਸਲਮਾਨ ਦੋਵੇਂ ਬਰਾਬਰ ਨੇ। ਹਮਰਾ ਝਗੜਾ ਰਹਾ ਨਾ ਕੋਊ, ਪੰਡਤ ਮੁੱਲਾ ਛਾੜੇ ਦੋ, ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚੱਲੇ ਹਮ ਕਛੂ ਨਾ ਲਿਆ। ਜੇ ਇਵੇਂ ਮਿਲ ਬੈਠ ਕੇ ਵਿਚਾਰਾਂ ਕਰਾਂਗੇ ਵੀ ਸਤਿਗੁਰੂ ਜੀ ਕੀ ਕਹਿੰਦੇ ਨੇ ਤੇ ਆਪਾਂ ਕੀ ਕਰਦੇ ਹਾਂ, ਤੇ ਸੱਚਮੁੱਚ ਸਾਡੀ ਆਪਣੀ ਵਿਚਾਰਧਾਰਾ ਬਦਲ ਜਾਵੇਗੀ। ਜਦੋਂ ਆਪਣੀ ਵਿਚਾਰਧਾਰਾ ਬਦਲ ਗਈ ਤੇ ਸਾਡਾ ਜੀਵਨ ਬਦਲ ਜਾਣਾ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਜੋਗੀਆਂ ਨੂੰ ਬੜੇ ਪਿਆਰ ਸਹਿਤ ਬਿਠਾਇਆ, ਕਹਿਣ ਲੱਗੇ ਵੀ ਧਾਰਮਿਕ ਗ੍ਰੰਥ ਮੌਜੂਦ ਨੇ, ਉਪਦੇਸ਼ ਵੀ ਮੌਜੂਦ ਹੈ, ਧਾਰਮਿਕ ਰਹਿਬਰ ਵੀ। ਸੱਚਮੁੱਚ ਜੋ ਉਹਨਾਂ ਵਿੱਚ ਲਿਖਿਆ, ਸਾਹਿਬ ਕਹਿਣ ਲੱਗੇ ਅਸੀਂ ਉਹ ਤੁਹਾਨੂੰ ਦੱਸਣ ਲੱਗੇ ਹਾਂ ਵੀ ਜਦੋਂ ਤੁਸੀਂ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਹੋ, ਉਹਨਾਂ ਵਿੱਚ ਇਹੀ ਲਿਖਿਆ ਨਾ ਵੀ ਜੇ ਪਾਪ ਕਰੋਗੇ ਤੇ ਨਰਕ ਮਿਲੇਗਾ, ਜੇ ਪੁੰਨ ਕਰੋਗੇ ਤੇ ਸਵਰਗ ਮਿਲੇਗਾ, ਜੇ ਅੱਜ ਕੁਝ ਦਓਗੇ ਤੇ ਕੱਲ ਨੂੰ ਲੈਣਾ ਪੈਣਾ। ਅੱਜ ਕਿਸੇ ਦਾ ਲੈ ਕੇ ਤੁਸੀਂ ਮੋੜਿਆ ਨਹੀਂ ਤੇ ਕੱਲ ਨੂੰ ਫਿਰ ਜਨਮ ਲੈ ਕੇ ਤੁਹਾਨੂੰ ਆਉਣਾ ਪੈਣਾ, ਵੀ ਉਹਦਾ ਮੋੜਨਾ ਪੈਣਾ। ਸਭ ਕਹਿੰਦੇ ਜਨਮ ਮਰਨ ਨਰਕ ਸੁਰਗ ਪਾਪ ਪੁੰਨ ਇਹੀ ਹੈ ਨਾ। ਕਿਤੇ ਪ੍ਰਭੂ ਮਿਲਾਪ ਦੀ ਗੱਲ ਹੈ, ਕਿਤੇ ਵੇ ਆਫ ਲਾਈਫ ਜੀਵਨ ਜੁਗਤ ਕਿਤੇ ਦੱਸੀ ਹੈ, ਕਿਤੇ ਜੀਵਨ ਜਿਉਣ ਦਾ ਤਰੀਕਾ ਜਾਂ ਕਿਤੇ ਜੀਵਨ ਨੂੰ ਸਫਲ ਕਰਨ ਦਾ ਤਰੀਕਾ ਦੱਸਿਆ। ਸਾਹਿਬ ਜੀ ਨੇ ਸ਼ਲੋਕ ਮਹੱਲਾ ਦੂਜਾ ਉਚਾਰਨ ਕਰਕੇ ਨਾ ਇਹ ਬਚਨ ਕਹੇ, ਕਹਿਣ ਲੱਗੇ ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਇਹ ਸਾਰਾ ਕੁਝ ਛੱਡ ਕੇ ਗੁਰੂ ਕੀ ਬਾਣੀ ਨਾਲ ਅਸੀਂ ਇਸ ਕਰਕੇ ਜੁੜੇ ਹਾਂ, ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਗੁਰੂ ਕੀ ਬਾਣੀ ਜਿਹੜੀ ਸਾਨੂੰ ਆਤਮਿਕ ਜੀਵਨ ਬਖਸ਼ਦੀ ਹੈ। ਅੰਮ੍ਰਿਤ ਦਾ ਅਰਥ ਹੈ ਜਿੱਥੇ ਜਾ ਕੇ ਮੌਤ ਦਾ ਡਰ ਖਤਮ ਹੋ ਜਾਵੇ, ਪਹਿਲਾ ਮਰਨ ਕਬੂਲ, ਇਹ ਪ੍ਰਵਾਨ ਕਰ ਲਿਆ ਜਾਵੇ ਕਿ ਜਿਹੜੀ ਫਿਜ਼ੀਕਲ ਡੈਥ ਹੈ ਇਹ ਡੈਫੀਨੇਟ ਹੈ। ਸਰੀਰਕ ਤੌਰ ਤੇ ਹਰ ਇੱਕ ਨੇ ਸੰਸਾਰ ਤੋਂ ਤੁਰ ਜਾਣਾ, ਪਰ ਆਤਮਿਕ ਮੌਤੇ ਨਹੀਂ ਮਰਨਾ ਚਾਹੀਦਾ। ਮਤ ਜਾਣੋ ਜਗ ਜੀਵਨ ਦਾ, ਦੂਜਾ ਭਾਏ ਮੁਆਸ। ਸਤਿਗੁਰੂ ਜੀ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਇੱਕ ਤਾਂ ਗੁਰੂ ਕੀ ਬਾਣੀ ਸਾਨੂੰ ਆਤਮਿਕ ਜੀਵਨ ਦਿੰਦੀ ਹੈ, ਅੰਮ੍ਰਿਤ ਬਾਣੀ। ਦੂਸਰਾ ਨੁਕਤਾ ਤਤ ਵਖਾਣੀ, ਇਹਦੇ ਵਿੱਚ ਇਕੱਲੇ ਪਾਪ ਪੁੰਨ ਜਾਂ ਨਰਕ ਸਵਰਗ ਦੀ ਗੱਲ ਨਹੀਂ, ਇਹ ਤਾਂ ਤਤ ਦੀ ਗੱਲ ਕਰਦੀ ਹੈ, ਮੂਲ ਨਾਲ ਜੋੜਦੀ ਹੈ। ਸਾਡਾ ਮੂਲ ਕੀ ਹੈ ਉਹਨੂੰ ਪਛਾਣਨ ਦੀ ਪ੍ਰੇਰਣਾ ਕਰਦੀ ਹੈ। ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਜਿੱਥੇ ਸਾਡੇ ਨਿਜ ਨੂੰ ਸਵਾਰਨ ਦਾ ਗਿਆਨ ਹੈ ਗੁਰਬਾਣੀ ਵਿੱਚ, ਕਿਉਂਕਿ ਗਿਆਨ ਗੁਰੂ ਹੀ ਸਾਡੇ ਜੀਵਨ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਕਰ ਸਕਦਾ। ਸੱਚ ਜਾਣਿਓ ਠੇਡੇ ਉਦੋਂ ਲੱਗਦੇ ਨੇ, ਡਿੱਗਦੇ ਅਸੀਂ ਉਦੋਂ ਆ, ਟੱਕਰਾਂ ਉਦੋਂ ਵੱਜਦੀਆਂ ਜਦੋਂ ਚਾਨਣ ਛੱਡ ਕੇ ਹਨੇਰੇ ਵਿੱਚ ਤੁਰਨ ਦਾ ਯਤਨ ਕਰਾਂਗੇ। ਅੱਜ ਵੀ ਗੁਰੂ ਕੇ ਸਿੱਖ ਗੁਰਬਾਣੀ ਦੀ ਲੋਹ ਵਿੱਚ ਤੁਰ ਪੈਣ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਸਤਿਗੁਰ ਸ਼ਬਦ ਉਜਾਰੋ ਦੀਪਾ, ਆ ਦੂਜੇ ਦੀਵੇ ਬੜੇ ਬਾਲ ਲਏ, ਪਰ ਜਿੱਦਣ ਸ਼ਬਦ ਦਾ ਦੀਵਾ ਅੰਦਰ ਬਲ ਗਿਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ। ਸਭ ਕਹਿਣ ਲੱਗੇ ਇੱਕ ਤਾਂ ਅੰਮ੍ਰਿਤ ਬਾਣੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਹੈ, ਦੂਸਰਾ ਤਤ ਵਖਾਣੀ, ਇਹਦੇ ਵਿੱਚ ਤਤ ਅਸਲੀਅਤ, ਸਾਨੂੰ ਆਪਣੇ ਮੂਲ ਨੂੰ ਪਛਾਣਨ ਦੀ ਪ੍ਰੇਰਨਾ ਹੈ। ਗਿਆਨ ਧਿਆਨ ਵਿੱਚ ਆਈ, ਇੱਕ ਤਾਂ ਇਹ ਉਹ ਗਿਆਨ ਬਖਸ਼ਿਸ਼ ਕਰਦੀ ਹੈ ਜਿਹਦੇ ਨਾਲ ਸਾਨੂੰ ਸੋਝੀ ਮਿਲਦੀ ਹੈ, ਅੰਦਰ ਦਾ ਹਨੇਰਾ ਦੂਰ ਹੁੰਦਾ ਹੈ।
ਫਿਰ ਕੱਲਾ ਗਿਆਨ ਹੀ ਨਹੀਂ, ਧਿਆਨ ਸਾਨੂੰ ਸੁਰਤ ਜੋੜਨ ਦੀ ਪ੍ਰੇਰਣਾ ਵੀ ਕਰਦੀ ਹੈ ਕਿ ਅਸੀਂ ਆਪਣੀ ਟੁੱਟੀ ਹੋਈ ਲਿਵ ਨੂੰ ਪਰਮਾਤਮਾ ਨਾਲ ਕਿਵੇਂ ਜੋੜਨਾ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜੇ ਪਿਆਰ ਸਹਿਤ ਸਮਝਾਇਆ, ਕਹਿਣ ਲੱਗੇ ਸੰਸਾਰ ਵਿੱਚ ਕੋਈ ਗਰੀਬ ਹੋਵੇ, ਕੰਗਾਲ ਹੋਵੇ, ਜਿਹਦੇ ਕੋਲ ਕੋਈ ਘਰ ਨਾ ਹੋਵੇ, ਜਿਹਦੇ ਚਾਰ ਮਿੱਤਰ ਵੀ ਨਾ ਹੋਣ, ਲੋਕੀ ਕਹਿੰਦੇ ਵਿਚਾਰਾ ਹੈ, ਇਹ ਨਿਮਾਣਾ ਹੈ, ਇਹ ਗਰੀਬ ਹੈ। ਸਭ ਕਹਿਣ ਲੱਗੇ ਨਹੀਂ, ਉਹ ਵਿਚਾਰਾ ਨਹੀਂ ਹੈ, ਉਹ ਗਰੀਬ ਨਹੀਂ ਹੈ। ਗਰੀਬ ਤੇ ਉਹ ਹੈ ਜਿਹੜਾ ਬਾਣੀ ਤੋਂ ਟੁੱਟ ਗਿਆ। ਸਾਚੀ ਲਿਵੈ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਇਹ ਲਿਵ ਨਹੀਂ ਜੁੜੀ ਤੇ ਅਸੀਂ ਵਿਚਾਰੇ ਹੀ ਹਾਂ। ਇਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ। ਜੇ ਅਮੀਰ ਬਣਨਾ, ਜੇ ਸੱਚਮੁੱਚ ਧਨਾੜ ਬਣਨਾ ਤੇ ਫਿਰ ਗੁਰੂ ਕੀ ਬਾਣੀ ਦੇ ਨਾਲ ਜੁੜ, ਕਿਉਂਕਿ ਸਭ ਕਹਿਣ ਲੱਗੇ ਹਮ ਤਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੇਂ ਸਹਿ ਸੁਭਾਏ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭੰਡਾਰ ਅਕੂਟ ਤੋਲ। ਖਾਵੇਂ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵਾਧੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਜਦੋਂ ਪਿਓ ਦਾਦੇ ਦੀ ਵਿਰਾਸਤ ਦੇ ਖਜ਼ਾਨੇ ਨਾਲ ਜੁੜਾਂਗੇ ਫਿਰ ਭਾਗਾਂ ਵਾਲੇ ਹਾਂ, ਫਿਰ ਅਸੀਂ ਸੱਚਮੁੱਚ ਧਨਾੜ ਹਾਂ। ਤੇ ਜੇ ਕੋਈ ਸਾਨੂੰ ਕਵੇ ਵੀ ਤੂੰ ਆਪਣੇ ਪਿਓ ਬਾਬੇ ਨੂੰ ਟੁੱਟ ਤੇ ਆ ਮੈਂ ਤੈਨੂੰ 20 ਏਕੜ ਜ਼ਮੀਨ ਦੇ ਦਿਆਂਗਾ, 2 ਕੋਠੀਆਂ ਦੇ ਦੇਵਾਂਗਾ, ਲੋਕ ਉਹਨੂੰ ਧਨਾੜ, ਲੋਕ ਉਹਨੂੰ ਭਾਗਾਂ ਵਾਲਾ ਨਹੀਂ ਮੰਨਦੇ, ਲੋਕ ਉਹਨੂੰ ਵਿਕਿਆ ਹੋਇਆ ਮੰਨਦੇ ਨੇ। ਆਪਣੇ ਪਿਤਾ ਦੀ ਭਾਵੇਂ ਅੱਧਾ ਕਿੱਲਾ ਵੀ ਜ਼ਮੀਨ ਕਿਉਂ ਨਾ ਹੋਵੇ, ਜਿਹੜੀ ਵਿਰਾਸਤ ਵਿੱਚੋਂ ਮਿਲੇ, ਲੋਕ ਕਹਿੰਦੇ ਨੇ ਵੇਖੋ ਇਹ ਵਿਰਾਸਤੀ ਖਾਨਦਾਨੀ। ਸਾਹਿਬ ਕਹਿਣ ਲੱਗੇ ਗੁਰੂ ਕੀ ਬਾਣੀ ਵਿਰਾਸਤ ਹੈ, ਇਹਦੇ ਨਾਲ ਜੁੜਿਓ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਵੀ ਨਿਰਣਾ ਕਰ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਪਵਿੱਤਰ ਬਾਣੀ ਹੈ, ਇਹ ਸੱਚੀ ਬਾਣੀ ਹੈ, ਧੁਰ ਕੀ ਬਾਣੀ ਹੈ, ਖਸਮ ਕੀ ਬਾਣੀ ਹੈ, ਫਿਰ ਬਾਣੀਆਂ ਸਿਰ ਬਾਣੀ ਹੈ। ਜਿੰਨਾ ਵੀ ਸੰਸਾਰ ਵਿੱਚ ਉਪਦੇਸ਼ ਹੈ ਨਾ, ਉਹਦੇ ਵਿੱਚੋਂ ਸ਼੍ਰੋਮਣੀ ਉਪਦੇਸ਼ ਹੈ ਗੁਰੂ ਕੀ ਬਾਣੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਬਾਣੀਆਂ ਸਿਰ ਬਾਣੀ ਦਾ ਮਤਲਬ ਜਿੰਨਾ ਉਪਦੇਸ਼ ਹੈ ਉਹਦੇ ਵਿੱਚੋਂ ਸਿਰੇ ਦਾ ਉਪਦੇਸ਼, ਸਿਖਰ ਦਾ ਉਪਦੇਸ਼, ਆਲਾ ਉਪਦੇਸ਼, ਭਾਵ ਇਸ ਤੇ ਉੱਪਰ ਨਹੀਂ ਵਿਚਾਰ। ਜਾਂਕੈ ਮਨ ਵਸਿਆ ਨਿਰੰਕਾਰ, ਜਿਹਦੇ ਮਨ ਵਿੱਚ ਨਿਰੰਕਾਰ ਵਸ ਗਿਆ, ਇਹਦੇ ਤੋਂ ਅੱਗੇ ਹੋਰ ਕੋਈ ਵਿਚਾਰ ਨਹੀਂ। ਤੇ ਨਿਰੰਕਾਰ ਕੌਣ ਹੈ? ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨ ਕੋਇ, ਜਿਹਦੇ ਬਰਾਬਰ ਹੋਰ ਕੋਈ ਨਹੀਂ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਕਹਿ ਕੇ ਸਾਰੇ ਭੁਲੇਖੇ ਦੂਰ ਕਰ ਦਿੱਤੇ, ਔਰ ਨਾਲ ਇੱਕ ਕੰਡੀਸ਼ਨ ਵੀ ਰੱਖ ਦਿੱਤੀ, ਗੁਰੂ ਕੀ ਸੰਗਤ ਵਿੱਚ ਸਿੱਖ ਸੇਵਕ ਆਉਣਗੇ, ਬਾਣੀ ਪੜ੍ਹਨਗੇ, ਪਰ ਗਾਵਿਆ ਸੁਣਿਆ ਉਹਨਾਂ ਦਾ ਥਾਏ ਪੈਣਾ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸੱਚ-ਸੱਚ ਕਰਕੇ ਮੰਨਿਆ। ਤੇ ਗੁਰੂ ਦੀ ਆਗਿਆ ਕੀ ਹੈ ਕਿ ਜੋ ਗੁਰੂ ਜੀ ਸ਼ਬਦ ਦੁਆਰਾ ਸਾਨੂੰ ਉਪਦੇਸ਼ ਕਰਦੇ ਨੇ ਉਹ ਅਸੀਂ ਮੰਨ ਲਈਏ। ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ, ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਜੇ ਸਿੱਖਾਂ ਨੇ ਕਿਹਾ ਸਤਿਗੁਰੂ ਜੀ ਗੁਰੂ ਕੀ ਬਾਣੀ ਪੜਨ ਦਾ ਚਿੱਤ ਨਾ ਕਰੇ ਤੇ ਕੀ ਕਰਨਾ ਚਾਹੀਦਾ? ਸਾਹਿਬ ਕਹਿਣ ਲੱਗੇ ਜੇ ਘਰ ਦੇ ਕੰਮ ਕਾਜ ਕਰਨ ਦਾ ਚਿੱਤ ਨਾ ਕਰੇ ਤੇ ਕੀ ਕਰਦੇ ਹੋ? ਕਹਿੰਦੇ ਜੀ ਉਹ ਤੋਂ ਬਿਨਾਂ ਸਰਦਾ ਨਹੀਂ। ਜੇ ਖੇਤਾਂ ਵਿੱਚ ਹਲ ਨਹੀਂ ਚਲਾਵਾਂਗੇ ਤੇ ਰੋਟੀ ਕਿੱਥੋਂ ਖਾਵਾਂਗੇ? ਜੇ ਦੁਕਾਨਾਂ ਵਿੱਚ ਨਹੀਂ ਬੈਠਾਂਗੇ ਤੇ ਕਾਰ ਵਿਹਾਰ ਕਿਵੇਂ ਚੱਲੇਗਾ? ਜੇ ਨੌਕਰੀ ਨਹੀਂ ਕਰਾਂਗੇ, ਬਿਜ਼ਨਸ ਨਹੀਂ ਕਰਾਂਗੇ ਤੇ ਫਿਰ ਭੁੱਖੇ ਮਰਾਂਗੇ, ਉਹ ਤੋਂ ਬਿਨਾਂ ਸਰਦਾ ਨਹੀਂ। ਜੇ ਘਰ ਦੇ ਕੰਮ ਕਾਜ ਕਰਨ ਨੂੰ ਚਿੱਤ ਨਾ ਵੀ ਕਰੇ ਤੇ ਫਿਰ ਵੀ ਕਰਦੇ ਆਂ। ਸਭ ਕਹਿਣ ਲੱਗੇ ਤੁਹਾਡੇ ਮੁਤਾਬਕ ਹੀ ਇਹ ਸਿੱਖਿਆ ਵੀ ਇਹ ਪੱਕਾ ਹੀ ਮੰਨ ਲਵੋ ਕਿ ਸਾਡਾ ਗੁਰੂ ਕੀ ਬਾਣੀ ਤੋਂ ਬਿਨਾਂ ਸਰਦਾ ਨਹੀਂ। ਤੇ ਜਦੋਂ ਇਹ ਸਮਝ ਲਵੋਗੇ ਤੇ ਫਿਰ ਸੱਚਮੁੱਚ ਜਿਮ ਨਿਸ ਦਿਨ ਘਰ ਕਾਜ ਸੁਧਾਰੇ, ਤਿਆਗੋ ਕਬੂ ਨਾ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ, ਪਠਨ ਸੁਨਨ ਕੀਚੈ ਰੁਚ ਠਾਨੀ। ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਕਿਆ ਗੁਰ ਕਹੈ ਕਰੈ ਹਮ ਕਹਾਂ, ਸਨੇ ਸਨੇ ਮੋਰੋ ਮਨ ਮਹਾ। ਸਤਿਗੁਰੂ ਜੀ ਸ਼ਬਦ ਵਿੱਚ ਕੀ ਕਹਿ ਰਹੇ ਨੇ ਤੇ ਅਸੀਂ ਕੀ ਕਰ ਰਹੇ ਹਾਂ?
ਸ਼ਰਾਧਾਂ ਦੇ ਦਿਨ ਹੋਣ ਤੇ ਸ਼ਬਦ ਵਾਲੇ ਪਾਸੇ ਮੂੰਹ ਕਰ ਲਵੋ। ਸਤਿਗੁਰੂ ਤਾਂ ਕਹਿ ਰਹੇ ਨੇ, ਜੀਵਤ ਪਿੱਤਰ ਨਾ ਮਾਨੈ ਕੋ ਮੂਏ ਸਰਾਧ ਕਰਾਹੀ। ਤੇ ਆਪਾਂ ਸਮਝ ਲਈਏ ਵੀ ਗੁਰੂ ਜੀ ਕੀ ਕਹਿ ਰਹੇ ਨੇ ਤੇ ਆਪਾਂ ਕੀ ਕਰ ਰਹੇ ਹਾਂ। ਸੱਚਮੁੱਚ ਜਦੋਂ ਇਵੇਂ ਗੁਰੂ ਦੇ ਸ਼ਬਦ ਦੀ ਵਿਚਾਰ ਸਾਡੇ ਹਿਰਦੇ ਵਿੱਚ ਵਸੇਗੀ, ਫਿਰ ਕੋਈ ਕਰਮ ਕਾਂਡ ਨਹੀਂ, ਫਿਰ ਤਾਂ ਗੁਰੂ ਦੇ ਦੱਸੇ ਹੋਏ ਕਰਮ ਕਰਾਂਗੇ। ਗੁਰ ਸਿੱਖੀ ਦਾ ਕਰਮ ਇਹ ਗੁਰ ਫਰਮਾਏ, ਗੁਰ ਸਿੱਖ ਕਰਨਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 1604 ਵਿੱਚ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਪਰਮੇਸ਼ਰ ਕਾ ਥਾਨ ਦੇ ਰੂਵੇ ਸੰਪਾਦਨਾ ਕਰਵਾ ਕੇ ਪਹਿਲਾ ਪ੍ਰਕਾਸ਼ ਕਰਵਾਇਆ ਔਰ ਸਾਨੂੰ ਸਾਰਿਆਂ ਨੂੰ ਗੁਰੂ ਕੀ ਬਾਣੀ ਨਾਲ ਜੁੜਨ ਦੀ ਪ੍ਰੇਰਣਾ ਕੀਤੀ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਮੈਂ ਸੰਖੇਪ ਵਿੱਚ ਅਰਜ਼ ਕਰਾਂ ਕਿ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਿ ਰਾਏ ਮਹਾਰਾਜ ਜੀ, ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਬਾਣੀ ਉਚਾਰਨ ਨਹੀਂ ਕੀਤੀ, ਪਰ ਫਿਰ ਵੀ ਸਤਿਗੁਰੂ ਜੀ ਗੁਰੂ ਕੀ ਬਾਣੀ ਨੂੰ ਸਰਮੋਰ ਮੰਨ ਕੇ ਗੁਰ ਸਿੱਖਾਂ ਨੂੰ, ਸ਼ਰਨ ਆਏ ਜਗਿਆਸੂ ਜਨਾਂ ਨੂੰ ਗੁਰੂ ਕੀ ਬਾਣੀ ਨਾਲ ਜੋੜਦੇ ਸਨ। ਜੰਗਾਂ ਯੁੱਧਾਂ ਦੇ ਸਮੇਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਪਦੇਸ਼ ਸੀ, ਸਾਨੂੰ ਕੋਈ ਸਿੱਖ ਜਪਜੀ ਸਾਹਿਬ ਦਾ ਸ਼ੁੱਧ ਪਾਠ ਸਰਵਣ ਕਰਾਏ। ਤੇ ਜਦੋਂ ਸਿੱਖ ਪੁੱਛਦੇ ਸਤਿਗੁਰੂ ਜੀ ਗੁਰੂ ਕੀ ਬਾਣੀ ਵਿੱਚੋਂ ਆਤਮਿਕ ਗਿਆਨ ਕਿਵੇਂ ਮਿਲ ਸਕਦਾ ਹੈ, ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਿਆ ਦਿੰਦੇ ਸਨ, ਸਿੱਖੋ ਜਿਵੇਂ ਸਮੁੱਚੀ ਬਨਸਪਤੀ ਵਿੱਚ ਅੱਗ ਹੈ, ਪਰ ਜਦੋਂ ਤੱਕ ਅੱਗ ਪ੍ਰਗਟ ਕਰਦੇ ਨਹੀਂ ਉਦੋਂ ਤੱਕ ਕਾਰਜ ਨਹੀਂ ਸਰਦੇ। ਜਿਵੇਂ ਸਮੁੱਚੇ ਦੁੱਧ ਵਿੱਚ ਘਿਓ ਹੈ, ਪਰ ਜਦੋਂ ਮਥਾਂਗੇ ਫਿਰ ਉਹਦੇ ਵਿੱਚੋਂ ਮੱਖਣ ਨਿਕਲਣਾ ਹੈ। ਇਸੇ ਤਰ੍ਹਾਂ ਗੁਰੂ ਕੇ ਸ਼ਬਦ ਦੀ ਵਿਚਾਰ ਦੁਆਰਾ ਆਤਮਿਕ ਗਿਆਨ ਦਾ ਤੱਤ ਜਿਹੜਾ ਹੈ ਉਹ ਸਾਨੂੰ ਪ੍ਰਾਪਤ ਹੋਵੇਗਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜਾ ਉਪਦੇਸ਼ ਦਿੱਤਾ ਉਹ ਸਾਡੇ ਇਤਿਹਾਸ ਵਿੱਚ ਅੰਕਿਤ ਹੈ। ਸਾਹਿਬ ਕਹਿਣ ਲੱਗੇ, ਸੁਨ ਕਰ ਸ਼੍ਰੀ ਹਰਿ ਗੋਬਿੰਦ ਕਹੈ, ਸਗਲ ਕਾਸ਼ਟ ਮੈਂ ਅਗਨੀ ਰਹੈ, ਜਥਾ ਦੁਗਧ ਮੈਂ ਘ੍ਰਿਤ ਮਿਲ ਰਿਓ, ਮਥਨ ਕਰੇ ਬਿਨ ਕਿਨਹੂ ਨਾ ਲਹਿਓ, ਤਿਮ ਸਤਿਗੁਰ ਕੇ ਸ਼ਬਦ ਮਝਾਰਾ, ਆਤਮ ਗਿਆਨ ਬਸੈ ਸੁਖ ਸਾਰਾ। ਇਵੇਂ ਗੁਰੂ ਕੇ ਸ਼ਬਦ ਵਿੱਚ ਆਤਮਿਕ ਗਿਆਨ ਵਸਦਾ। ਧੰਨ ਗੁਰੂ ਹਰਿ ਰਾਏ ਮਹਾਰਾਜ ਜੀ, ਜਿਨ੍ਹਾਂ ਨੇ ਬਾਬਾ ਰਾਮ ਰਾਏ ਜੀ ਨੂੰ ਇਸ ਕਰਕੇ ਦੋਵੇਂ ਰਿਸ਼ਤੇ ਉਹਦੇ ਖਾਰਜ ਕਰ ਦਿੱਤੇ ਸਨ ਕਿ ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਜਦੋਂ ਔਰੰਗਜ਼ੇਬ ਨੇ ਬਾਰ-ਬਾਰ ਜਿੱਦ ਕੀਤੀ ਵੀ ਜੇ ਦਰਸ਼ਨ ਨਹੀਂ ਦੇਣੇ ਤੇ ਕੋਈ ਉਪਦੇਸ਼ ਹੀ ਲਿਖ ਕੇ ਭੇਜ ਦਿਓ, ਉੱਥੇ ਗੁਰੂ ਕੀ ਬਾਣੀ ਦਾ ਸ਼ਬਦ ਲਿਖ ਕੇ ਭੇਜਿਆ ਸੀ, ਜਿਹਦੇ ਵਿੱਚ ਚਾਪਲੂਸੀ ਜਾਂ ਖੁਸ਼ਾਮਦੀ ਨਹੀਂ, ਬਲਕਿ ਔਰੰਗਜ਼ੇਬ ਵਰਗੇ ਰਾਜੇ ਨੂੰ ਕਿਹਾ ਸੀ, ਕਿਆ ਖਾਧੈ ਕਿਆ ਪਹਿਨਦਾ ਹੋਏ, ਜਾਂ ਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜੈ ਭੋਗ ਬਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੈ ਮੈਲੀ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 59 ਸ਼ਬਦ ਤੇ 57 ਸ਼ਲੋਕ ਉਚਾਰਨ ਕਰਕੇ ਸਾਨੂੰ ਜੀਵਨ ਨੂੰ ਸਫਲ ਕਰਨ ਦੀ ਬੜੀ ਗੂਹਜ ਬਾਤ ਸਮਝਾਈ ਹੈ। ਸਾਹਿਬ ਕਹਿਣ ਲੱਗੇ, ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ, ਨਾਨਕ ਬਾਤ ਬਤਾਈ। ਇਹ ਜਿਹੜੀ ਗੁਰੂ ਨੇ ਬਾਤ ਬਤਾਈ ਹੈ ਨਾ, ਇਹ ਗੁਰੂ ਦਾ ਸ਼ਬਦ ਹੀ ਗੁਰੂ ਦੀ ਬਾਤ ਹੈ। ਸਾਹਿਬ ਕਹਿਣ ਲੱਗੇ, ਇਹ ਮਨੁੱਖਾ ਜੀਵਨ ਪ੍ਰਾਪਤ ਕਰਕੇ ਜੇ ਹਰੀ ਪਰਮੇਸ਼ਰ ਨਾਲ ਜੁੜੇਗਾ ਤੇ ਫਿਰ ਤੇਰਾ ਕਲਿਆਣ ਹੋਣਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਜਿਵੇਂ ਦੱਸਿਆ ਵੀ ਜੇ ਸਿਆਣਾ ਵਿਦਵਾਨ ਬਣਨਾ ਤੇ ਸ਼ਬਦ ਨਾਲ ਜੁੜ ਜਾ, ਸੋ ਪੜਿਆ ਸੋ ਪੰਡਤ ਬੀਨਾ, ਗੁਰ ਸ਼ਬਦ ਕਰੇ ਵਿਚਾਰ। ਜੇ ਜੋਗੀ ਬਣ ਕੇ ਮੁਕਤੀ ਲੈਣੀ ਹੈ, ਕਿਆ ਭਵੀਐ ਸੱਚ ਸੂਚਾ ਹੋਏ, ਸ਼ਾਹ ਸ਼ਬਦ ਬਿਨ ਮੁਕਤ ਨਾ ਹੋਏ। ਜੇ ਇੱਕ ਸ਼ੇਖ ਸਾਹਮਣੇ ਆਇਆ ਤੇ ਸਾਹਿਬ ਕਹਿਣ ਲੱਗੇ, ਸ਼ੇਖਾ ਚੋ ਚੱਕਿਆ ਚੋ ਵਾਇਆ, ਇਹੋ ਮਨ ਇਕਤ ਘਰ ਆਣ, ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਕਹਿੰਦੇ ਰੋਜ਼ ਛੁਰੀ ਚਲਾ ਕੇ ਜਿਬਾ ਕਰਕੇ ਜੀਵਾਂ ਨੂੰ ਹਲਾਲ ਕਰਦਾ, ਕਦੇ ਆਪਣੇ ਆਪ ਨੂੰ ਵੀ ਹਲਾਲ ਕਰ। ਸ਼ੇਖ ਕਹਿਣ ਲੱਗਾ, ਮੇਰੇ ਅੰਦਰ ਦਾ ਹਰਾਮ ਖਤਮ ਹੋ ਕੇ ਮੈਂ ਹਲਾਲ ਬਣ ਸਕਾਂ। ਉਹ ਜੁਗਤੀ ਕੀ ਸਾਹਿਬ ਕਹਿਣ ਲੱਗੇ, ਜਿਵੇਂ ਛੁਰੀ ਆ ਤੇਰੇ ਕੋਲ
ਤੂੰ ਆਪਣਾ ਕਲਮਾ ਪੜ੍ਹ ਕੇ ਜੀਵਾਂ ਨੂੰ ਜਿਬਾ ਕਰਕੇ ਹਲਾਲ ਕਰਦਾ। ਜੇ ਸੱਚਮੁੱਚ ਸੱਚੇ ਖੁਦਾ ਦੇ ਨਾਮ ਦੀ ਛੁਰੀ ਹੋਵੇ, ਉਹਦਾ ਲੋਹਾ ਵੀ ਸੱਚੇ ਨਾਮ ਦਾ ਹੋਵੇ ਤੇ ਸ਼ਬਦ ਦੀ ਸ਼ਾਨ ਤੇ ਉਹਨੂੰ ਤਿੱਖਿਆਂ ਕੀਤਾ ਜਾਵੇ। ਜਦੋਂ ਉਹ ਆਤਮਿਕ ਜੀਵਨ ਨੂੰ ਸ਼ਬਦ ਟੁੰਬਦਾ ਤੇ ਅੰਦਰੋਂ ਹਰਾਮ ਖਤਮ ਹੋ ਕੇ ਅੰਦਰ ਹਲਾਲਮਈ ਅਵਸਥਾ ਬਣਦੀ ਆ। ਐਸੀ ਹਲਾਲਮਈ ਅਵਸਥਾ ਜੀਵ ਨੂੰ ਖੁਦਾ ਤੱਕ, ਪਰਮਾਤਮਾ ਤੱਕ ਪਹੁੰਚਾ ਦਿੰਦੀ ਹੈ। ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸ਼ੇਖ ਨੂੰ ਵੀ ਉਪਦੇਸ਼ ਦਿੱਤਾ, ਕਹਿਣ ਲੱਗੇ ਸੱਚ ਕੀ ਕਾਤੀ ਸੱਚ ਸਭ ਸਾਰ, ਘਾੜਤ ਤਿਸ ਕੀ ਅਪਰ ਅਪਾਰ, ਸ਼ਬਦੇ ਸਾਨ ਰਖਾਈ ਲਾਏ, ਗੁਣ ਕੀ ਥੇਕੈ ਵਿੱਚ ਸਮਾਏ, ਤਿਸ ਦਾ ਕੁੱਠਾ ਹੋਵੈ ਸ਼ੇਖ, ਲੋਹੂ ਲੱਭ ਨਕੱਥਾ ਵੇਖ, ਹੋਏ ਹਲਾਲ ਲੱਗੈ ਹੱਕ ਜਾਏ, ਨਾਨਕ ਦਰ ਦੀਦਾਰ ਸਮਾਏ। ਜੇ ਕਿਤੇ ਇਵੇਂ ਸ਼ਬਦ ਨਾਲ ਅੰਦਰੋਂ ਬੰਦਾ ਕੁੱਠਾ ਹੋ ਜਾਵੇ, ਅੰਦਰੋਂ ਸੱਚਮੁੱਚ ਹਲਾਲ ਬਣ ਜਾਵੇ, ਆਪਾਂ ਕਹਾਂਗੇ ਹਲਾਲ ਦਾ ਕੀ ਭਾਵ। ਸਾਹਿਬ ਕਹਿੰਦੇ ਜਦੋਂ ਅਸੀਂ ਪਰਮੇਸ਼ਰ ਨਾਲੋਂ ਟੁੱਟ ਜਾਂਦੇ ਹਾਂ, ਬਾਣੀ ਨਾਲੋਂ ਟੁੱਟ ਜਾਂਦੇ ਹਾਂ ਨਾ, ਤੇ ਮਗਰ ਫਿਰ ਕੀ ਬਚਦਾ? ਇਹ ਮਾਲਕ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਇੱਕ ਦੋ ਦੀ ਗਿਣਤੀ ਨਹੀਂ ਅਸੰਖ ਚੋਰ ਹਰਾਮ ਖੋਰ। ਅਸੰਖਾਂ ਐਸੇ ਜੀਵ ਨੇ ਜਿਹੜੇ ਮਾਲਕ ਦੀਆਂ ਦਾਤਾਂ ਲੈ ਕੇ ਬੇਮੁਖ ਹੋ ਗਏ, ਹਰਾਮ ਖੋਰੀ ਵੱਲ ਤੁਰ ਪਏ। ਜੇ ਅੰਦਰੋਂ ਹਰਾਮ ਪੁਣਾ ਖਤਮ ਕਰਕੇ ਹਲਾਲ ਹੋਣਾ ਹੋਵੇ ਤੇ ਫਿਰ ਸ਼ਬਦ ਦੀ ਛੁਰੀ ਦੇ ਨਾਲ ਹੀ ਅੰਦਰੋਂ ਹੋਇਆ ਜਾ ਸਕਦਾ, ਜਿਹਨੂੰ ਭਗਤ ਕਬੀਰ ਜੀ ਨੇ ਸ਼ਬਦ ਦਾ ਬਾਣ ਵੀ ਕਿਹਾ ਕਿ ਸ਼ਬਦ ਦਾ ਬਾਣ ਲੱਗਦਿਆਂ ਜਦੋਂ ਡਿੱਗ ਪਏ ਤੇ ਉਹ ਪੈਰ ਵੀ ਕੱਟੇ ਗਏ, ਹੱਥ ਵੀ ਕੱਟੇ ਗਏ। ਜਿਹੜੇ ਕਰਮ ਕਾਂਡਾਂ ਵੱਲ ਤੁਰਦੇ ਸਨ ਹੁਣ ਉਸ ਪਾਸੇ ਨਹੀਂ ਤੁਰਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਜਿਨ੍ਹਾਂ ਦੀ ਕੁੱਲ ਉਮਰ ਸਰੀਰਕ ਹਯਾਤੀ 42 ਸਾਲ ਹੈ, ਜਿੱਥੇ ਹੋਰ ਵੱਡੇ ਪਰਉਪਕਾਰ ਕੀਤੇ ਉੱਥੇ ਇਹ ਵੀ ਇੱਕ ਵੱਡਾ ਪਰਉਪਕਾਰ ਸੀ ਕਿ ਜੰਗਾਂ ਯੁੱਧਾਂ ਤੋਂ ਬਾਅਦ ਇਸ ਸਥਾਨ ਤੇ ਆ ਕੇ ਸਤਿਗੁਰੂ ਜੀ ਨੇ, ਕਿਉਂਕਿ ਉਸ ਸਮੇਂ ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ ਜਿਹੜੀ ਕਰਤਾਰਪੁਰ ਸਾਹਿਬ ਵਾਲੀ ਬੀੜ ਹੈ, ਜਿਹਦਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 1604 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕਰਵਾਇਆ ਸੀ। ਜਦੋਂ ਉਹਨਾਂ ਨੇ ਆਪਣੇ ਕੋਲ ਪਾਵਨ ਸਰੂਪ ਹੋਣ ਦਾ ਦਾਅਵਾ ਕੀਤਾ, ਇਹ ਤਾਨੇ ਵੀ ਦਿੱਤੇ ਕਿ ਗੁਰੂ ਸਦੈ ਹੈ, ਕਿਉਂ ਨਾ ਗੁਰੂ ਗ੍ਰੰਥ ਸਾਹਿਬ ਰਚ ਲੈ ਹੈ। ਉਸ ਵੇਲੇ ਸਾਹਿਬ ਨੇ ਕਿਹਾ ਸੀ, ਸੁਨ ਕੇ ਹਮ ਤਾਹੇ ਕਿ ਬੈਨਨ ਕੋ, ਦਮ ਦਮਾ ਸੋ ਮਾਲਵੇ ਵੀਚ ਸੁਧਾਰੋਂ, ਢਿੱਗ ਤਾਹੀ ਤਲਵੰਡੀ ਕੇ ਕਾਂਸ਼ੀ ਰਚੋਂ, ਜਹਾਂ ਬੈਲ ਪੜੇ ਹੋਏ ਬੁੱਧ ਉਧਾਰੋਂ, ਗ੍ਰੰਥ ਉਚਾਰ ਕਰੋ ਤਹਾਂ ਬੈਠ ਕੇ, ਬੀੜ ਸੋਊ ਜਗ ਮਾਹੇ ਬਥਾਰੋਂ, ਅੱਖਰ ਏਕ ਕਾ ਭੇਦ ਧਰੋਂ ਨਹਿ। ਨਹਿ ਤੇ ਵਿਸ਼ਰਾਮ ਹੈ ਵੀ ਮੈਂ ਕਰਤਾਰਪੁਰ ਸਾਹਿਬ ਵਾਲੀ ਬੀੜ ਵਿੱਚ ਤੇ ਦਮਦਮਾ ਸਾਹਿਬ ਵਾਲੀ ਬੀੜ ਵਿੱਚ ਇੱਕ ਵੀ ਅੱਖਰ ਦਾ ਫਰਕ ਨਹੀਂ ਪੈਣ ਦਿਆਂਗਾ, ਕਿਉਂਕਿ ਧੁਰ ਕੀ ਬਾਣੀ ਹੈ, ਇਹਦੇ ਵਿੱਚ ਫਰਕ ਪੈਣਾ ਵੀ ਨਹੀਂ ਚਾਹੀਦਾ। ਜਿਵੇਂ ਅਸੀਂ ਦਮਦਮਾ ਸਾਹਿਬ ਵਾਲੇ ਪਾਵਨ ਸਰੂਪ ਵਿੱਚ ਪੜ੍ਹਦੇ ਹਾਂ, ਕਹੋ ਕਬੀਰ ਜਨ ਭਏ ਖਾਲਸੇ। ਵਿਦਵਾਨਾਂ ਨੇ ਕਰਤਾਰਪੁਰ ਸਾਹਿਬ ਦੀ ਬੀੜ ਦੇ ਦਰਸ਼ਨ ਕਰਕੇ ਵੀ ਲਿਖਿਆ ਕਿ ਉਸ ਪਾਵਨ ਬੀੜ ਦੇ ਵਿੱਚ ਵੀ ਪਾਠ ਕਹੋ ਕਬੀਰ ਜਨ ਭਏ ਖਾਲਸੇ ਹੀ ਹੈ, ਇੱਕ ਵੀ ਅੱਖਰ ਦਾ ਸਾਹਿਬ ਕਹਿਣ ਲੱਗੇ ਫਰਕ ਨਹੀਂ ਪੈਣ ਦਿਆਂਗਾ। ਅੱਖਰ ਏਕੋ ਭੇਦ ਧਰੋ ਨਹਿ, ਮਮ ਦਾਸ ਗੁਰੂ ਸਮਰੱਥ ਵਿਚਾਰੋ। ਸਾਹਿਬ ਕਹਿਣ ਲੱਗੇ ਮੈਂ ਦਾਸ ਹਾਂ ਤੇ ਮੇਰਾ ਗੁਰੂ ਨਾਨਕ ਸਮਰੱਥ ਹੈ। ਇਸ ਸਥਾਨ ਤੇ ਸਤਿਗੁਰਾਂ ਨੇ ਬਿਰਾਜਮਾਨ ਹੋ ਕੇ ਅਬ ਦਰਬਾਰ ਦਮਦਮਾ ਹੈ ਜਹਾਂ, ਤੰਬੂ ਲਗਵਾਏ ਕੈ ਗੁਰ ਤਹਾਂ, ਮਨੀ ਸਿੰਘ ਕੋ ਲਿਖਨ ਬਿਠਾ ਕੇ, ਗੁਰ ਨਾਨਕ ਕਾ ਧਿਆਨ ਧਰੈ ਕੈ, ਨਿਤ ਪ੍ਰਤ ਗੁਰੂ ਉਚਾਰੀ ਜੈਸੇ, ਬਾਣੀ ਲਿਖੀ ਮਨੀ ਸਿੰਘ ਤੈਸੇ। ਭਾਈ ਮਨੀ ਸਿੰਘ ਜੀ ਲਿਖਦੇ ਸਨ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਵਾਉਂਦੇ ਸਨ। ਬਾਬਾ ਦੀਪ ਸਿੰਘ ਜੀ ਨੇ ਸਹਾਇਕ ਲਿਖਾਰੀ ਵਜੋਂ ਪਾਵਨ ਕਾਗਜ਼, ਪਾਵਨ ਕਲਮਾਂ, ਸਿਆਹੀ ਦਾ ਪ੍ਰਬੰਧ ਕੀਤਾ ਤੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ 4 ਉਤਾਰੇ ਵੀ ਕੀਤੇ। ਜਿੰਨੀ ਲਿਖਵਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਸਥਾਨ ਤੇ ਕਰਦੇ, ਜਿਹੜੀਆਂ ਕਲਮਾਂ ਬਚਦੀਆਂ ਉਹ ਲਿਖਣਸਰ ਸਾਹਿਬ ਦੇ ਸਥਾਨ ਵਿੱਚ ਜਲ ਪ੍ਰਵਾਹ ਕਰਦੇ, ਜਿਹਨੂੰ ਪਹਿਲਾਂ ਲੱਲੇ ਲਾਵਾਂ ਲੇਖਣਸਰ ਕਿਹਾ ਜਾਂਦਾ ਸੀ, ਕਿਉਂਕਿ ਗੁਰਬਾਣੀ ਵਿੱਚ ਕਲਮਾਂ ਨੂੰ ਲੇਖਣ ਕਿਹਾ ਜਾਂਦਾ ਹੈ। ਲੇਖਣ ਪਵਨ ਚਲਾਓ, ਉਹ ਸਰ ਉਹ ਸਰੋਵਰ ਜਿਹਦੇ ਵਿੱਚ ਲੇਖਣਾ ਪਵਾਈਆਂ ਨੇ, ਕਲਮਾਂ ਪਵਾਈਆਂ ਨੇ। ਇਹ ਹੈ ਪ੍ਰਗਟ ਹਮਾਰੀ ਕਾਂਸ਼ੀ, ਪੜ੍ਹੈ ਇਹਾਂ ਢੋਰ ਮਤ ਰਾਸੀ, ਲਿਖ ਗੁਨੀ ਕਵਿੰਦ ਗਿਆਨੀ, ਬੁੱਧ ਸਿੰਧ ਹਵੈ ਇਤ ਆਨੀ, ਤਿੰਨ ਕੇ ਕਾਰਨ ਕਲਮ ਘਾੜ, ਦੇਤ ਪ੍ਰਗਟ ਹਮ ਡਾਰ, ਸਿੱਖ ਸਖਾ ਇਤ ਪੜੇਂਗੇ ਹਮਰੇ ਕਈ ਹਜ਼ਾਰ। ਇਸ ਸਥਾਨ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਕਰਵਾਈ, ਜਿੱਥੇ ਦਾਸ ਆਪ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹੈ। ਉੱਥੇ ਕਵੀ ਨਿਹਾਲ ਸਿੰਘ ਹੋਣਾ ਦਾ ਇੱਕ ਕਵਿਤਾ ਆਪ ਜੀ ਨਾਲ ਸਾਂਝਾ ਕਰਕੇ ਸਮਾਪਤੀ ਕਰਾਂਗਾ, ਕਿਉਂਕਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਭਾਈ ਗੋਬਿੰਦ ਸਿੰਘ ਜੀ ਲੰਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਹਜੂਰੀ ਰਾਗੀ ਜੱਥਾ ਆਪ ਜੀ ਦੀ ਸੇਵਾ ਵਾਸਤੇ ਪਹੁੰਚਿਆ। ਜਿਵੇਂ ਗੁਰੂ ਕੀ ਬਾਣੀ ਵਿੱਚ ਸਾਨੂੰ ਸਿੱਖਿਆ ਦਿੱਤੀ ਗਈ ਹੈ ਕਿ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਜਿਵੇਂ ਕਿਸੇ ਨੂੰ ਖਤਰਾ ਹੋਵੇ ਤੇ ਆਪਣੇ ਇਰਦ ਗਿਰਦ ਉਹ ਚੌਕੀ ਬਿਠਾ ਲੈਂਦਾ। ਸਾਹਿਬ ਕਹਿੰਦੇ ਜਿੰਨੇ ਵੀ ਅਧਿਆਤਮਕ ਖਤਰੇ ਨੇ, ਸੱਚਮੁੱਚ ਜਦੋਂ ਸ਼ਬਦ ਦੀ ਚੌਂਕੀ ਆਪਣੇ ਦੁਆਲੇ ਬਿਠਾ ਲਵੇਂਗਾ ਸਾਰੇ ਖਤਰੇ ਖਤਮ ਹੋ ਜਾਣਗੇ। ਦੂਸਰਾ ਨੁਕਤਾ ਦੱਸਿਆ ਕਿ ਧਰਮਰਾਜ ਵੀ ਆਪਣੇ ਦੂਤਾਂ ਨੂੰ ਇਹ ਹਦਾਇਤ ਕਰਦਾ ਕਿ ਜਿੱਥੇ ਗੁਰੂ ਕੀ ਸੰਗਤ ਵਿੱਚ ਸ਼ਬਦ ਦਾ ਪ੍ਰਵਾਹ ਚੱਲੇ, ਉੱਥੇ ਸਾਡੀ ਵਾਹ ਪੇਸ਼ ਨਹੀਂ ਜਾਂਦੀ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨੈ ਹੋਣਾ ਤੂੰ ਨੈ ਛੁਟੈ ਨਿਕਟ ਨਾ ਜਾਈਓ ਦੂਤ। ਕਵੀ ਨਿਹਾਲ ਸਿੰਘ ਨੇ ਗੁਰਬਾਣੀ ਦੀ ਮਹਿਮਾ ਇਸੇ ਸਿਧਾਂਤ ਮੁਤਾਬਕ ਕੀਤੀ। ਕਹਿਣ ਲੱਗੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਕਰਵਾ ਕੇ 1708 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਤੇ ਉਹਨਾਂ ਦੇ ਸਮਝਾਉਣ ਦਾ ਤਰੀਕਾ ਕਹਿਣ ਲੱਗੇ ਜਮਾਂ ਦੇ ਦੂਤ ਦੌੜੇ ਦੌੜੇ ਧਰਮਰਾਜ ਕੋਲ ਗਏ, ਬੜੇ ਘਬਰਾਏ ਹੋਏ ਸਨ, ਚਿਹਰੇ ਤੇ ਪਿਲਤਣ ਡਰੇ ਹੋਏ ਸਨ। ਧਰਮਰਾਜ ਕਹਿਣ ਲੱਗਾ ਵੀ ਤੁਹਾਡਾ ਕੰਮ ਤੇ ਲੋਕਾਂ ਨੂੰ ਡਰਾਉਣਾ ਸੀ, ਤੁਸੀਂ ਖੁਦ ਡਰੇ ਹੋ। ਕਹਿਣ ਲੱਗੇ ਗੱਲ ਹੀ ਕੁਝ ਐਸੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਹੈ। ਹੁਣ ਜਿਹੜੇ ਵੀ ਗੁਰੂ ਕੀ ਬਾਣੀ ਦੇ ਸਿਧਾਂਤ ਨਾਲ ਜੁੜਨਗੇ ਉਹਨਾਂ ਨੇ ਨਰਕਾਂ ਵੱਲ ਜਾਣਾ ਕੋਈ ਨਹੀਂ, ਤੇ ਸਾਡੀ ਦੁਕਾਨ ਚੱਲਣੀ ਕੋਈ ਨਹੀਂ। ਅਸੀਂ ਤੈਨੂੰ ਦੱਸਣ ਆਏ ਆ ਕਿ ਚੁੱਪ ਕਰਕੇ ਆਪਣੀ ਰਾਜਧਾਨੀ ਚੁੱਕ ਤੇ ਇੱਥੋਂ ਚੱਲਦਾ ਬਣ। ਹੁਣ ਨਹੀਂ ਜੇ ਗੱਲ ਬਣਨੀ, ਗੁਰੂ ਕੀ ਬਾਣੀ ਦਾ ਪ੍ਰਵਾਹ ਚੱਲ ਪਿਆ। ਕਵੀ ਨਿਹਾਲ ਸਿੰਘ ਹੋਣਾ ਨੇ ਗੁਰੂ ਕੀ ਬਾਣੀ ਦੀ ਮਹਿਮਾ ਕੀਤੀ। ਕਹਿਣ ਲੱਗੇ ਬਾਰ ਬਾਰ ਦੂਤਨ ਕੇ ਝੁੰਡਨ ਕੇ ਝੁੰਡ ਧਾਏ, ਨੀਕੇ ਸਮਝਾਏ ਧਰਮਰਾਜ ਅਭਿਮਾਨੀ ਕੋ। ਭਇਓ ਹੈ ਪ੍ਰਗਟ ਸ੍ਰੀ ਗੁਰੂ ਗ੍ਰੰਥ ਜੂ ਸੰਸਾਰ ਮਾਹੇ, ਸ੍ਰੀ ਗੁਰੂ ਗੋਬਿੰਦ ਸਿੰਘ ਭੋਗ ਮੋਖ ਦਾਨੀ ਕੋ। ਜੇਤੇ ਜਗ ਪਾਤ ਕੀ बैकुंठ को पधारे बेग, रीज रीज गाए गुरु ग्रंथ जी की बानी को। काहे शर्मावो चित चिंतना बढ़ावो नाथ, लावो ना बलंब उठावो राजधानी को। कहन लगे जेड़े शब्द नाल जुड़ गए, जेड़े बाणी नाल जुड़ गए, उन्हां ते रब्बी वजद वे जुड़ के आख्या करना नाल नारायण मेरा, जमदूत ना आवे नेरा। इस करके धन गुरु ग्रंथ साहिब महाराज जी की पवित्र बाणी जिथे सचमुच सानू आत्मिक जीवन बख्शदी है, जीवन जिउण दा ढंग तरीका और अज्ञानता दा हनेरा खत्म करके सानू सचमुच औजड़े पए जीवां नू सच दा मार्ग दृढ़ करवाउंदी है। उत्थे गुरबाणी खुद निरंकार दा रूप है। यही कारण कि सतगुरु जी ने 10 जामे धारण करके ये दस दिता कि शरीर जेड़े ने सदीव काल लई नहीं। गुरु नानक साहब जी नू 70 साल 5 महीने बाद ज्योति जोत समाउणा पिया। गुरु हरकृष्ण महाराज जी 8 साल की उम्र में ज्योति जोत समाए। गुरु गोबिंद सिंह महाराज जी 42 साल की उम्र। साहब ने कहा कि जे सदीवी काल जुगो जुग अटल कोई अगवाई कर सकता है तो वह शब्द गुरु ज्ञान गुरु धन गुरु ग्रंथ साहब जी ही कर सकते ने। ये साडे वास्ते भागां दी गल है। फिर एक बार सारियां संगतां नूं साहिब सतगुरु श्री गुरु ग्रंथ साहब जी दे संपूर्णता दिवस दीआं बहुत बहुत वधाइयां। होइयां भुल्लां तो खिमा कर देना। कोटान कोट शुक्र अकाल पुरख वाहिगुरु जी दा, साहिब सतगुरु गुरु ग्रंथ साहब जी दा, आप सारियां संगतां दा समुचे प्रबंध आ। आओ अगला प्रोग्राम आप जी स्टेज सकत्तर साहब पासों सरवण करो। बुलाओ फतेह सारे आखो जी वाहिगुरु जी का खालसा वाहिगुरु जी की फतेह। बोल